ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਅੱਜ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਮੁੱਦਾ ਦੇਸ਼ ਨਾਲ ਜੁੜਿਆ, ਧਰਮ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ ਮੁੱਦੇ ਤੇ ਕਈ ਸਾਲਾਂ ਤੋਂ ਹਰ ਇੱਕ ਸਿਆਸੀ ਪਾਰਟੀ ਨੇ ਆਪਣੀ ਸੱਤਾ ਹਾਸਲ ਕਰਨ ਵਾਸਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਇੱਥੇ ਸਿਆਸਤ ਕੀਤੀ ਹੈ ਔਰ ਸਿਆਸਤ ਹੁਣ ਵੀ ਹੋ ਰਹੀ ਹੈ। ਸਿਆਸਤ ਧਰਮ ਦੇ ਨਾਂ ਤੇ ਤਾਂ ਹਰ ਪਾਰਟੀ ਕਰਦੀ ਆ, ਪਰ ਅਸੀਂ ਗੱਲ ਕਰਦੇ ਹਾਂ ਪਿਛਲੇ ਸਾਲ 9 ਨਵੰਬਰ ਦੀ, ਜਦੋਂ ਸਾਡੀ ਉੱਚ ਅਦਾਲਤ ਨੇ, ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਵਿਵਾਦ ਦਾ ਜਿਹੜਾ ਮਸਲਾ ਬੜੇ ਸੁਚੱਜੇ ਢੰਗ ਨਾਲ ਹੱਲ ਕੀਤਾ, ਜਿਹੜਾ ਕਿ ਕਿਸੇ ਨੂੰ ਨਹੀਂ ਸੀ ਪਤਾ ਲੱਗਦਾ, ਨਾ ਸੋਚ ਸਕਦੇ ਸੀ ਭਈ ਸੈਂਕੜਿਆਂ ਸਾਲੋਂ ਤੋਂ ਇਹ ਵਿਵਾਦ ਚੱਲਿਆ ਆ ਰਿਹਾ। ਬਾਬਰੀ ਮਸਜਿਦ ਰਾਮ ਮੰਦਿਰ ਦਾ ਹੱਲ ਹੋ ਜਾਊਗਾ, ਪਰ ਕਹਿੰਦੇ ਆ ਰੱਬ ਦੇ ਘਰ ਦੇਰ ਅੰਧੇਰ ਨਹੀਂ, ਪਰ ਇਹ ਹੱਲ ਹੋ ਗਿਆ। ਭਾਵੇਂ ਹਜੇ ਸਾਡੇ ਮੁਸਲਿਮ ਭਾਈਚਾਰੇ ਦੇ ਵਿੱਚ ਕਿਤੇ ਨਾ ਕਿਤੇ ਗੰਢ ਜ਼ਰੂਰ ਹੈ, ਹਾਲੇ ਉਹ ਪੂਰੇ ਸੈਟੀਸਫਾਈ ਨਹੀਂ ਹੈ, ਕਿਉਂਕਿ ਹਾਲੇ ਤੱਕ ਉਹਨਾਂ ਨੂੰ ਜਿਹੜੀ ਜ਼ਮੀਨ ਕਿਹਾ ਗਿਆ ਸੀ ਯੂਪੀ ਗਵਰਨਮੈਂਟ ਨੂੰ, ਕੇਂਦਰ ਸਰਕਾਰ ਨੇ ਨੂੰ ਵੀ ਕਿਹਾ ਗਿਆ ਸੀ ਵੀ ਉਹਨਾਂ ਨੂੰ ਵੀ ਮਸਜਿਦ ਵਾਸਤੇ 5 ਏਕੜ ਜ਼ਮੀਨ ਦਿਓ। ਹੁਣ 5 ਅਗਸਤ ਨੂੰ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਰਾਮ ਜਨਮ ਭੂਮੀ ਦੇ ਵਿੱਚ ਨੀਂਹ ਪੱਥਰ ਰੱਖਿਆ ਜਾਊਗਾ, ਰਾਮ ਲੱਲਾ ਦਾ ਇੱਕ ਭव्य ਮੰਦਿਰ ਤਿਆਰ ਹੋਏਗਾ। ਇਸ ਭव्य ਮੰਦਿਰ ਨੂੰ ਤਿਆਰ ਕਰਨ ਵਾਸਤੇ ਸਾਡੇ ਪੂਰੇ ਭਾਰਤ ਦੇ 130 ਕਰੋੜ ਦੇਸ਼ਵਾਸੀ ਬੜੇ ਉਤਸ਼ਾਹ ਨਾਲ ਇਸ ਵੇਲੇ ਇੰਤਜ਼ਾਰ ਕਰ ਰਹੇ ਆ। ਜਿਹੜੇ ਟਰਸਟੀ ਨੇ ਇੱਕੋ ਇੱਕ ਦਲਿਤ ਕਾਮੇਕਸ਼ਰ, ਉਹਨਾਂ ਦਾ ਇਹ ਕਹਿਣਾ ਵੀ ਅਸੀਂ ਪਹਿਲਾਂ ਤਾਂ 200 ਫੁੱਟ ਮਿੱਟੀ ਥੱਲੇ ਖੋਦੀ ਆ ਤੇ ਉਹਦੀ ਜਾਂਚ ਵੀ ਕੀਤੀ ਆ। ਇਹ ਨਿਰਮਾਣ ਜਿਹੜਾ ਹੋਊਗਾ, ਚਾਹੇ ਦੁਨੀਆ ਦੇ ਅੰਦਰ ਚਾਹੇ ਦੇਸ਼ ਦੇ ਅੰਦਰ ਜਿੱਡਾ ਮਰਜ਼ੀ ਭੁਚਾਲ ਆ ਜਾਵੇ, ਜਿਹਦੀ ਤੀਬਰਤਾ ਚਾਹੇ 10 ਤੱਕ ਵੀ ਹੋਵੇ, ਇਹਨੂੰ ਕੁਝ ਨਹੀਂ ਹੋਊਗਾ। ਇਸ ਤਰੀਕੇ ਦਾ ਇਹ ਮੰਦਿਰ ਬਣਨ ਜਾ ਰਿਹਾ। ਬਣਨਾ ਵੀ ਚਾਹੀਦਾ, ਕਿਉਂਕਿ ਬਹੁਤ ਜਦੋਜਹਿਦ ਕੀਤੀ ਆ ਹਿੰਦੁਸਤਾਨ ਦੇ ਅੰਦਰ, ਖਾਸ ਕਰਕੇ ਹਿੰਦੂਆਂ ਨੇ। ਦੂਸਰਾ, ਇੱਕ ਹੋਰ ਉਹਨਾਂ ਨੇ ਬਹੁਤ ਵਧੀਆ ਪਹਿਲੂ ਦੱਸਿਆ ਵੀ ਇਹ ਜਦੋਂ 5 ਅਗਸਤ ਆਊਗੀ, ਤਿਆਰੀਆਂ ਤਾਂ 3 ਤੋਂ ਸ਼ੁਰੂ ਹੈ, ਤੇ ਸਾਰੇ ਦੇਸ਼ ਦੇ ਅੰਦਰ ਸਾਰੇ ਮੰਦਿਰ ਦੇ ਅੰਦਰ ਲੋਕ ਇੱਕ ਦੀਵਾਲੀ ਦੀ ਤਰ੍ਹਾਂ ਦੀਏ ਤੇ ਮੋਮਬੱਤੀਆਂ ਵਗੈਰਾ ਜਲਾਉਣਗੇ, ਤਾਂ ਕਿ ਉਸ ਦਿਨ ਵੀ ਰਾਮ ਚੰਦਰ ਜੀ ਦੀ ਦੀਵਾਲੀ ਜਿਸ ਤਰ੍ਹਾਂ ਆਪਾਂ ਮਨਾਉਂਦੇ ਉਸੇ ਤਰੀਕੇ ਨਾਲ ਹੋਵੇ। ਬਹੁਤ ਅੱਛੀ ਗੱਲ ਆ। ਲੇਕਿਨ ਮੈਂ ਗੱਲ ਜਿਹੜੀ ਕਰਨ ਜਾ ਰਿਹਾ, ਇਸ ਪੈਨਲ 'ਚ ਚਰਚਾ ਵੀ ਕਰਾਂਗੇ, ਕਿਉਂਕਿ ਇਹ ਚਰਚਾ ਬਹੁਤ ਮਹੱਤਵਪੂਰਨ ਹੈ। ਕਰਨ ਜਾ ਰਿਹਾ ਵੀ ਇਹਦੇ ਵਿੱਚ ਇੱਕ 2000 ਫਿਟ ਤੇ ਇੱਕ ਟਾਈਮ ਕੈਪਸੂਲ ਰੱਖਿਆ ਜਾ ਰਿਹਾ, ਜਿਹੜੀ ਕਿ ਇੱਕ ਡਿਵਾਈਸ ਹੁੰਦੀ ਆ, ਸਾਡੇ ਦੇਸ਼ 'ਚ ਪਹਿਲਾਂ ਵੀ ਰੱਖੀ ਗਈ ਆ। ਉਹਦੇ ਵਿੱਚ ਅਸੀਂ ਪੈਨਲ 'ਚ ਚਰਚਾ ਕਰਾਂਗੇ। ਪਹਿਲਾਂ ਅਸੀਂ ਗੱਲ ਸੁਣਦੇ ਹਾਂ ਉਹਨਾਂ ਲੀਡਰਾਂ ਦੀ ਜਿਨ੍ਹਾਂ ਨੇ ਇਸ ਰਾਮ ਮੰਦਿਰ ਵਿਵਾਦ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਤੇ ਕੀ ਕਹਿਣਾ सियासी लीडर का। तो देश को एक मैसेज जाएगा कि प्रधानमंत्री एक फेथ के मानने वालों को सपोर्ट कर रहे हैं। यकीनन हर प्रधानमंत्री को अगर वो किसी मज़हब को मानता है तो उसको उस पर मज़हब पे चलने का पूरा इख्तियार है, मगर प्रधानमंत्री एक कॉन्स्टिट्यूशनल हेड भी हैं। प्रधानमंत्री एक संविधान से जुड़े हुए हैं और वो संविधान का सेकुलरिज्म से, बेसिक स्ट्रक्चर से उसका ताल्लुक़ है। और अगर प्रधानमंत्री वहाँ पर जाएंगे बहैसियत प्रधानमंत्री, तो यकीनन ये एक मैसेज जाएगा कि प्रधानमंत्री एक बिलीफ को और एक फेथ को प्रमोट कर रहे हैं। और शायद वैसी बात हमारे मुख्यमंत्री जी ने कही है, तो मुझे बड़ा आश्चर्य लगता है कि एमआईएम और मुख्यमंत्री जी ये एक ही बात क्यों कर रहे हैं, लेकिन उनकी बात उनके तक सीमित है। हमारा स्पष्ट मानना है कि ये भूमि पूजन अच्छे से होना चाहिए, कोरोना का फिजिकल डिस्टेंसिंग ध्यान में रखते हुए, लेकिन पूरी शानो शौकत के साथ ये भूमि पूजन होना चाहिए। ਤੁਸੀਂ ਗੱਲ ਸੁਣੀ ਲੀਡਰਾਂ ਦੀ। ਹੁਣ ਮੈਂ ਪੈਨਲ ਦੇ ਵਿੱਚ ਰੂਬਰੂ ਕਰਾ ਦੇਵਾਂ ਸਾਡੇ ਵਿੱਚ ਬੈਠੇ ਸਿਆਸੀ ਲੀਡਰ ਤੇ ਬੁੱਧੀਜੀਵੀ। ਸਭ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਪਰਮਿੰਦਰ ਮਹਿਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪੈਨਲ 'ਚ। नमस्कार। दूसरे भारतीय जनता पार्टी के रजनीश चौहान जी, बहुत बहुत स्वागत है जी। नमस्कार।
ਸਾਡੇ ਨਾਲ ਬੁੱਧੀਜੀਵੀ ਜੁੜੇ ਨੇ। ਆਤਿਸ਼ ਜੀ ਜੋਤਿਸ਼ਾਚਾਰੇ ਨੇ, ਪ੍ਰੋਫੈਸਰ ਵੀ ਨੇ, ਇਹ ਜੋਤਿਸ਼ ਵਿਦਿਆ ਪੜ੍ਹਾਉਂਦੇ ਵੀ ਨੇ ਤੇ ਬਹੁਤ ਇਹਨਾਂ ਨੂੰ ਗਿਆਨ ਵੀ ਆ। ਅੱਜ ਇਹਨਾਂ ਕੋਲ ਗਿਆਨ ਲਵਾਂਗੇ ਅਸੀਂ ਵੀ। नमस्कार। ਦੂਸਰਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਜੇ ਮੌਰੀਆ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਆਤਿਸ਼ ਜੀ, ਸਭ ਤੋਂ ਪਹਿਲਾਂ ਤੁਹਾਡਾ ਜ਼ਰੂਰ ਸਵਾਲ ਕਰਾਂਗਾ ਤੁਹਾਡੇ ਰੁਖ ਤੇ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਰਾਮ ਮੰਦਿਰ ਬਣਨ ਜਾ ਰਿਹਾ 5 ਅਗਸਤ ਨੂੰ, ਕਿੰਨੇ ਕੁ ਸੈਂਕੜੇ ਔਰ ਕਿੰਨੇ ਲੋਕਾਂ ਦਾ ਇੱਥੇ ਜਿੱਦਾਂ ਹੋਈ ਆ, ਔਰ ਬੜੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਵੀ, ਔਰ ਹਜੇ ਵੀ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਸਾਡੇ ਬਹੁਤ ਸੀਨੀਅਰ ਆਗੂ ਰਹੇ ਨੇ ਔਰ ਉਪ ਪ੍ਰਧਾਨ ਮੰਤਰੀ ਵੀ ਰਹੇ ਨੇ, ਤੇ ਦੂਸਰਾ ਮਨੋਜ ਜੋਸ਼ੀ ਜੀ, ਹੋਰ ਵੀ ਹਜੇ ਵੀ ਉਹਨਾਂ ਦੇ ਕੋਰਟਾਂ 'ਚ ਕੇਸ ਚੱਲਦੇ ਨੇ। ਕੀ ਕਹਿਣਾ ਚਾਹੋਗੇ? ਥੋੜਾ ਦਰਸ਼ਕਾਂ ਨੂੰ ਪਹਿਲਾਂ ਚਾਨਣਾ ਕਰ ਦਿਓ। राम मंदिर का मुद्दा ਜੀ जो कि 500 साल से हिंदुस्तान की धरती पर जी समय समय पर पनपता रहा है जी और 100 कितने वर्ष पहले हिंदुस्तान की धरती पर नागा साधुओं ने राम मंदिर के लिए युद्ध लड़ा जी और उस समय की अंग्रेज शासन ने उनको रोकने की प्रयास किया, जी। जिसमें हजारों ही नागा साधु शहीद हो गए राम मंदिर के लिए। जी। उसके बाद और भी कितनी ही इस तरह की युद्ध हुए जो कि राम मंदिर के निर्माण के लिए कुछ अंग्रेजी शासक जो थे, अंग्रेजों ने इसको लड़ाई का मुद्दा पैदा कर दिया जी कि देश के अंदर जो मुस्लिम समुदाय है, जो हिंदू समुदाय, इनको आपस में लड़वाना कैसे है। डिवाइड एंड रूल। हाँ डिवाइड एंड रूल का उन्होंने सोचा कि ये सबसे बड़ी शासन करने का, इससे बढ़िया और कोई अच्छा तरीका नहीं हो सकता। जी। उसके बाद समय बीतता गया जी 1947 के बाद जी 1927 के बीच में देश के अंदर आज़ादी की शुरुआत हुई, जिसमें 1947 में देश आज़ाद हो गया। जी और उस समय 1947 से एक तबलीगी जमात थी जी जिन्होंने ये सोचा था कि हम देश अब आजाद हो चुका है, देश दो समुदायों के बीच में बंट चुका है, जी। देश दो टुकड़ों में जी रह गया है, एक हिंदुस्तान और पाकिस्तान के नाम से। जी। उसके बाद जो तबलीगी जमात थी, जी। उन्होंने क्या सोचा कि अभी हमने इस देश में और शासन करना है, और शासन करने के लिए उन्होंने एक तबलीगी जमात के लोगों को आपस में इकट्ठा करने शुरू कर दिया, जी। जो कि हरियाणा के बीच में। जी उसके बाद यहाँ पर देश के अंदर फिर हिंदुओं के विरोध में उन्होंने अपनी साजिशें रचते रचते आज देश के अंदर 1982 तक इस तरह का माहौल बना दिया, जब देश के अंदर मंदिर के निर्माण के लिए बातें बहुत ज़्यादा हुई। जी। भारतीय जनता पार्टी और विश्व हिंदू परिषद ने इसके लिए लड़ाई लड़नी शुरू हुई। तो उसके बाद उस समय की जो सरकारें थी, जी। उन्होंने क्या सोचा कि आज हम लोग, क्योंकि देश हिंदुस्तान एक हिंदू धर्म के नाम से एक विभाजित हुआ था जी और पाकिस्तान एक मुस्लिम नाम के समुदाय के नाम से विभाजित होकर अलग हो गया था, तो आज देश के अंदर फिर वही माहौल शुरू किया। उस समय की सरकारों ने फिर हिंदू मुस्लिम को लड़ाई करने के लिए ऐसे मुकाम पर ला दिया। इसी तरह 1999 89 में जब मुलायम सिंह की सरकार थी, अयोध्या के अंदर वहां पर राम सेवक गए मंदिर के निर्माण के लिए, वहां पर उस गुंबदों पर, जो कि गुंबद थे नहीं, बनाए गए थे, बाबर ने आकर उसको मंदिर को तोड़कर, उसकी छत तोड़कर वहां पर 3 गुंबद बनाए गए थे। और राम मंदिर जो राम सेवक थे, उन्होंने उसको क्षति पहुंचाने की कोशिश की, क्योंकि वो मस्जिद नहीं थी जी सही मायने में वो मंदिर था। जी और उसके बाद वहां पर बहुत से लोगों को, साधुओं को, महात्माओं को, भारतीय जनता पार्टी के लोगों को, विश्व हिंदू परिषद, बजरंग दल के लोगों को, मुलायम सिंह वहां के मुख्यमंत्री थे, उन्होंने गोली का ऑर्डर देकर वहां पर कितने ही सैकड़ों हजारों ही कार्यकर्ता जो थे गोली का शिकार हुए। उनमें से 1-2 भाई थे कुठारी बंधु, जो कि अयोध्या के उस राम मंदिर के गुंबद पर चढ़ गए थे, उनको भी गोली लगी थी, वो उस समय शहीद हो गए। जी। उसके बाद मैं आपको राम मंदिर के बारे में बताता हूँ। 1992 के अंदर फिर वहां पर इसी तरह का माहौल हुआ जी। और 1992 के अंदर जब राम मंदिर के लिए 12 लोग हिंदुस्तान के कोने कोने से अयोध्या के अंदर थे, उस समय वहां पर एक व्यक्ति ने वहां पर राम मंदिर का घोष किया और वहां पर लाखों ही कार सेवक जो थे, जो कि वहां की सरकार, कल्याण सिंह वहां के मुख्यमंत्री थे, रोकना भी चाहा तो रोक नहीं पाए,
क्योंकि वहां पर लोग इतने इकट्ठे हो चुके थे, गोली चल नहीं सकती थी, अगर एक गोली चलती तो हजारों लाखों लोग मर जाते। जी इसलिए उस समय जी वहां पर अशोक सिंघल जी थे, उन पर लाठीचार्ज हुआ और उस समय वो वहां पर घायल हुए। जी। उस समय मैं वहीं पर था, मैंने वो सारा मंजर देखा। जी मैं उस समय अयोध्या के अंदर ही था, राम मंदिर के बिल्कुल पास। जी और इस तरह के कितने कांड हुए। और राम मंदिर हिंदुस्तान में नहीं बनेगा तो देश के कौन से हिस्से में बनेगा या और विदेशों में बनेगा? बिल्कुल इसमें चर्चा करते राम मंदिर हिंदुस्तान च नहीं बनेगा तो कौन से हिस्से च बनेगा। खास करके परविंਦਰ मेहता जी ਤੁਹਾਡੇ ਕੋਲ ਆਨਾ ਮੈਂ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਤੁਹਾਡੇ ਤੇ ਦੋਸ਼ ਲਗਾ ਰਹੇ ਨੇ ਭਈ ਅਗਰ ਕਾਂਗਰਸ ਆਪਣੀ ਲੌਬੀ ਨਾ ਅੜਿੰਗਾ ਲਾਂਦੀ ਤੁਹਾਡੀ ਲੌਬੀ ਤੇ ਰਾਮ ਮੰਦਿਰ ਕਦੋਂ ਦਾ ਬਣ ਜਾਂਦਾ। ਤੁਹਾਡੀ ਕਾਂਗਰਸ ਨੇ ਕਈ ਜਗ੍ਹਾ ਬਾਰ-ਬਾਰ ਅੜਿੰਗੇ ਲਾਏ ਆ, ਐਦਾਂ ਕੁਝ ਹੈ? ਕੀ ਕਹਿਣਾ ਚਾਹੋਗੇ? बड़े विस्तार च साची जी ने बड़ी ने बड़ा विस्तार च दसिया कि ये मूवमेंट 500 साल पुरानी है। आस्था का एक बहुत बड़ा समुंदर है जी जी और हिंदुस्तान ਦੇ ਵਿੱਚ ਜਿੱਥੇ ਲੋਕਤੰਤਰ ਦੀ ਮਜ਼ਬੂਤੀ ਹੋਈ ਤੇ ਉੱਥੇ ਧਰਮ ਨਿਰਪੇਖਤਾ ਨੂੰ ਵੀ ਨਾਲ ਇੱਕ ਬਹੁਤ ਮਜ਼ਬੂਤ ਧਾਰਾ ਰੱਖਿਆ ਗਿਆ ਜੀ ਜੀ ਜਿਹਦੇ 'ਚ ਅਸੀਂ ਮੰਨਦੇ ਹਾਂ ਕਿ ਜਿਹੜੀ ਆਸਥਾ ਉਹਦਾ ਦਿਖਾਵਾ ਨਹੀਂ ਹੋਣਾ ਚਾਹੀਦਾ। ਜੀ ਜੀ ਜੇ ਅਸੀਂ ਗੱਲ ਕਰੀਏ 1947 ਦੀ, ਉਸ ਟਾਈਮ ਜਿਹੜਾ ਹਿੰਦੂਆਂ ਦਾ ਸੰਗਠਨ ਸੀ ਸਭ ਨਾਲੋਂ ਵੱਡਾ, ਜੀ ਉਹ ਸਾਡੇ ਸ਼ਾਮਾ ਪ੍ਰਕਾਸ਼ ਮੁਖਰਜੀ ਜੀ ਦਾ ਸੀ, ਜਿਹੜੇ ਜੀ ਜੀ ਮੇਨ ਬਿਲਕੁਲ। ਲੀਡਰ ਨੇ ਬੀਜੇਪੀ ਦੇ। ਬਿਲਕੁਲ ਜੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਆਪਣੀ ਕੈਬਨਿਟ 'ਚ ਲਿੱਤਾ, ਉੱਥੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਜੇ ਮੁਸਲਿਮ ਲੀਗ ਨੂੰ ਲੈਂਦੇ ਨੇ, ਹੋਰਾਂ ਨੂੰ ਲੈਂਦੇ ਆ, ਕਿ ਉਹਨਾਂ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਗਈ। ਜੇ ਇੱਕ ਮੁਸਲਿਮ ਕੰਟਰੀ ਬਣੀ ਸੀ ਪਾਕਿਸਤਾਨ, ਤੇ ਹਿੰਦੁਸਤਾਨ ਦੀ ਜਿਹੜੀ ਨੀਂਹ ਸੀ, ਤੇ ਇੱਥੇ ਕਈ ਮੁਸਲਮਾਨਾਂ ਨੇ ਉਹ 'ਚ ਹਾਮੀ ਭਰੀ ਸੀ, ਬਿਲਕੁਲ। ਕਈ ਹੋਰ ਸਮੁਦਾਇਆਂ ਨੇ ਹਾਮੀ ਭਰੀ ਸੀ, ਧਰਮ ਨਿਰਪੇਖ ਦੇਸ਼ ਬਣਿਆ ਸੀ। ਬਿਲਕੁਲ ਉਹਦੇ ਬਾਅਦ ਜਿੱਦਾਂ ਜਿੱਦਾਂ ਮੂਵਮੈਂਟ ਚੱਲਦੀ ਰਹੀ, ਉਹਦੇ 'ਚ ਜੋ ਅਸੀਂ ਆਪਣੀ ਉਮਰ ਦੇ ਹਿਸਾਬ ਨਾਲ ਗੱਲ ਕਰੀਏ, ਜਿਸਲੇ ਰਾਜੀਵ ਜੀ ਦੀ ਸਰਕਾਰ ਆਈ, ਤੇ ਮੈਨੂੰ ਯਾਦ ਹੈ ਉੱਥੇ ਲੋਕ ਖੋਲੇ ਗਏ ਸੀ ਪਹਿਲੀ ਵਾਰੀ, ਦਰਸ਼ਨ ਹੋਏ ਸੀ। ਉਹਦੇ ਬਾਅਦ ਕਲਿਆਣ ਜੀ ਦੀ ਜ਼ਿਕਰ ਕੀਤਾ, ਮੁਲਾਇਮ ਜੀ ਦਾ ਜ਼ਿਕਰ ਕੀਤਾ, ਜਿੱਥੇ ਨਰਸਿਮਹਾ ਰਾਓ ਜੀ ਦੀ ਸਰਕਾਰ ਸੀ, ਉਦੋਂ ਤੁਹਾਨੂੰ ਪਤਾ ਹੈ ਜਿਹੜਾ ਭਾਰਤ ਦਾ ਜਿਹੜਾ ਕਾਰਜਕ੍ਰਮ ਹੋਇਆ ਸੀ। ਸਾਡਾ ਜਿਹੜਾ ਇੱਕ ਏਜੰਡਾ ਪਾਰਟੀ ਦਾ ਚੱਲਦਾ ਸੀ, ਉਹ ਹਮੇਸ਼ਾ ਧਰਮ ਨਿਰਪੇਖਤਾ ਨੂੰ ਲੈ ਕੇ ਚੱਲਦਾ ਹੈ। ਜਿਸਲੇ ਪੂਰੀ ਮੂਵਮੈਂਟ ਦੇ ਵਿੱਚ ਅਡਵਾਨੀ ਜੀ ਨੇ ਰੱਥ ਯਾਤਰਾ ਸ਼ੁਰੂ ਕੀਤੀ, ਹੋਰ ਕੀਤੀ, ਉਦੋਂ ਵੀ ਕਈ ਸਟੇਟਾਂ ਦੇ ਵਿੱਚ ਸਾਡੀਆਂ ਸਰਕਾਰਾਂ ਸੀ। ਅਸੀਂ ਕਿਤੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ, ਕਿਤੇ ਅਸੀਂ ਕਿਸੇ ਚੀਜ਼ ਨੂੰ ਰਾਜਨੀਤਿਕ ਪੱਖਪਾਤ 'ਚ ਨਹੀਂ ਲਿਆਂਦਾ। ਤੇ ਲਾਲੂ ਪ੍ਰਸਾਦ ਯਾਦਵ ਜੀ ਨੇ ਜਾ ਕੇ ਬਿਹਾਰ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਜੀ ਅੱਜ ਇੱਕ ਬਹੁਤ ਵਧੀਆ ਤੁਸੀਂ ਵਿਸ਼ਾ ਦੇ ਵਿੱਚ ਲਿਆਂਦਾ ਹੈ ਕਿ ਅੱਜ ਦੀਵਾਲੀ ਮਨਾਉਣੀ ਚਾਹੀਦੀ ਹੈ। ਇਹ ਦੀਵਾਲੀ ਇਸ ਦੇਸ਼ ਦੇ ਵਿੱਚ ਮੁਸਲਮਾਨ ਵੀ ਮਿਲ ਕੇ ਮਨਾਉਂਦੇ ਰਹੇ ਨੇ, ਹੋਰ ਸਮੁਦਾਇ ਵੀ ਮਿਲ ਕੇ ਮਨਾਉਂਦੇ ਨੇ। ਅੱਜ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜੇ 5-6 ਧਰਮਾਂ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਲਿਆਉਣ ਦੀ ਵੀ ਗੱਲ ਕੀਤੀ ਹੈ। ਉਹ ਸਾਰੇ ਧਰਮ ਜਿਹੜੇ ਇੱਥੇ ਮੌਜੂਦ ਨੇ, ਉਹ ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਇੱਕ ਐਸਾ ਮਾਹੌਲ ਹੋਣਾ ਚਾਹੀਦਾ ਹੈ। ਜੇ ਭਗਵਾਨ ਸ਼੍ਰੀ ਰਾਮ ਦੇ ਨਾਲ ਸਾਰਿਆਂ ਦੀ ਆਸਥਾ ਸੀ, ਅਸੀਂ ਖੁਦ ਉਸ ਟਾਈਮ ਐਸਾ ਮਾਹੌਲ ਸੀ, ਪਾਰਟੀਬਾਜੀ ਦੀ ਗੱਲ ਨਹੀਂ, ਅਸੀਂ ਖੁਦ ਉਦੋਂ ਬਾਈ ਰੋਡ ਕਿਉਂਕਿ ਉਸ ਟਾਈਮ ਹਾਲਾਤ ਠੀਕ ਨਹੀਂ ਸੀਗੇ, ਜਿਸ ਨੇ ਹੋਇਆ ਸਾਰਾ ਉੱਥੇ ਦੀ ਮਸਜਿਦ ਦਾ ਵਿਵਾਦ ਸ਼ੁਰੂ ਹੋਇਆ, ਜਾਂ ਜਿੱਦਾਂ ਉਹ ਢਾਇਆ ਗਿਆ ਉੱਥੇ ਦਾ ਜੋ ਵੀ ਸੀ। ਅੱਜ ਉਸ ਟਾਈਮ ਅਸੀਂ ਵੀ ਗਏ, ਸਾਡੀ ਵੀ ਆਸਥਾ ਸੀ। ਔਰ ਤੁਹਾਨੂੰ ਯਾਦ ਹੋਊਗਾ, ਮੇਰੇ ਸਾਥੀਆਂ ਨੂੰ ਨਹੀਂ ਹੈ, ਮੈਂ ਯਾਦ ਕਰਾਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਸੁਧੀਰ ਕੱਕੜ ਨਾਮ ਦਾ ਇੱਕ ਯੋਧਾ ਸੀ, ਜਿਹਦਾ ਅਡਵਾਨੀ ਜੀ ਦੇ ਨਾਮ ਕੇਸ ਦੇ ਵਿੱਚ ਨਾਮ ਆਇਆ ਹੋਇਆ, ਉਹ ਮੁਰਿੰਡੇ ਦੇ ਨੇ। ਔਰ ਮੇਰਾ ਖਿਆਲ ਉਹ ਸੈਕਿੰਡ ਬੰਦਾ ਕੋਈ ਹੋਰ ਪੰਜਾਬ ਚੋਂ ਨਹੀਂ ਸੀ ਜਿਹੜਾ ਉਹ ਕੇਸ ਦੇ ਵਿੱਚ ਉਸ ਟਾਈਮ ਆਇਆ ਹੋਵੇ, ਜਿਹੜੇ ਕੇਸ ਸੀਗੇ। ਅੱਜ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ, ਲੋਕਾਂ ਦੀ ਆਸਥਾ ਜਿਹੜੀ ਹੈ ਉਹ ਪੂਰਨ ਹੋ ਰਹੀ ਹੈ ਇੱਕ ਭਾਵੇ ਮੰਦਰ ਦੇ ਤੌਰ ਤੇ। ਉਹਦਾ ਖੁਸ਼ੀ ਸਾਨੂੰ ਵੀ ਹੈ, ਬਿਲਕੁਲ ਸਮੁੱਚੇ ਵਿਸ਼ਵ ਦੇ ਵਿੱਚ ਬੈਠੇ ਜਿਹੜੇ ਰਾਮ ਨਾਮ ਲੇਵੀ ਹੈ ਉਹਨਾਂ ਨੂੰ ਹੈ। ਇਹ ਨਹੀਂ ਹੈ ਕਿ ਸਾਡੀ ਆਸਥਾ ਦੂਜੇ ਵੱਲ ਨਹੀਂ ਹੈ। ਅਸੀਂ ਜਨਮੇ ਜਿਹੜੇ ਵੀ ਧਰਮ 'ਚ ਹੈ, ਸਾਡੇ ਧਰਮ ਨੇ ਸਾਨੂੰ, ਬਾਬਾ ਨਾਨਕ ਨੇ ਇੱਕੋ ਇੱਕ ਚੀਜ਼ ਸਿਖਾਈ ਹੈ, ਈਸ਼ਵਰ ਅੱਲਾ ਨੂਰ ਉਪਾਏ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਜਿਆ, ਕੌਣ ਭਲੇ ਕੌਣ ਮੰਦੇ। ਔਰ ਪਾਰਟੀ ਸਾਨੂੰ ਇਹੀ ਲੈਸਨ ਦਿੰਦੀ ਹੈ ਕਿ ਧਰਮ ਨਿਰਪੇਖਤਾ ਦੇ ਵਿੱਚ
ਅਸੀਂ ਕਹਿੰਦੇ ਹਾਂ ਦੀਵਾਲੀ ਮਨਾਓ, ਲੇਕਿਨ ਦੀਵਾਲੀ ਵਰਗਾ ਮਾਹੌਲ ਵੀ ਪੈਦਾ ਕਰੋ। ਅਸੀਂ ਰਾਜਨੀਤਿਕ ਤੌਰ ਦੇ ਵਿੱਚ ਜੇ ਅੱਜ ਲੋਕ ਸਭਾ 'ਚ ਬੈਠੇ ਆ, ਰਾਜ ਸਭਾ 'ਚ ਬੈਠੇ ਆ, ਉੱਥੇ ਵੀ ਇੱਕ ਐਸਾ ਮਾਹੌਲ ਕ੍ਰੀਏਟ ਕਰ ਦਿਓ ਕਿ ਜੇ ਕੋਈ ਡਿਸੀਜਨ ਹੁੰਦਾ ਹੈ, ਜੇ ਅੱਜ ਭਗਵਾਨ ਰਾਮ ਦਾ ਮੰਦਿਰ ਜਾ ਰਿਹਾ ਹੈ, ਤੇ ਅਸੀਂ ਐਸਾ ਮਾਹੌਲ ਕ੍ਰੀਏਟ ਕਰ ਦਈਏ ਕਿ ਸਾਰੇ ਸਮੁੱਚੇ ਮਿਲਦੇ ਇਹਦੇ 'ਚ ਦੀਵੇ ਵੀ ਜਲਾਣ ਤੇ ਰੰਗ ਵੀ ਉਡਾਣ। ਚਲੋ ਮੈਂ ਪੁੱਛ ਲੈਣਾ। ਹਾਂਜੀ, ਭਾਰਤੀ ਜਨਤਾ ਪਾਰਟੀ ਦੇ ਕੀ ਕਹਿਣਾ ਚਾਹੋਗੇ ਰਣੀਸ਼ ਜੀ? ਜਿਸ ਤਰੀਕੇ ਨਾਲ ਉਹ ਕਹਿ ਰਹੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਹਾਲੇ ਕਿ ਸਰਵ ਧਰਮ ਦੀਆਂ ਗੱਲਾਂ ਕਰਦੇ, ਪਰ ਤੁਹਾਡੇ ਤੇ ਤਾਂ ਹਮੇਸ਼ਾ ਦੋਸ਼ ਰਿਹਾ ਵੀ ਤੁਸੀਂ ਆਪਣਾ ਹੀ ਜਿਹੜਾ ਹੈ ਉੱਲੂ ਸਿੱਧਾ ਕਰਦੇ। ਹੁਣ ਤੁਸੀਂ ਇਹ ਮੰਦਿਰ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਦੇ ਵਿੱਚ ਇਹ ਮੁੱਦਾ ਖਤਮ ਕਰਨਾ ਚਾਹੋਗੇ? ਕਿਉਂਕਿ ਤੁਹਾਡੇ ਤੇ ਸਭ ਤੋਂ ਜ਼ਿਆਦਾ ਸੀ ਕਿ ਭਾਰਤੀ ਜਨਤਾ ਪਾਰਟੀ ਜਦੋਂ ਵੀ ਇਲੈਕਸ਼ਨ ਜਿੱਤਦੀ ਆ ਔਰ ਜਿੱਤਣ ਦੇ ਨਾਂ ਤੇ ਆਂਦੀ ਆ, ਲੋਕਾਂ ਨੂੰ ਕਹਿੰਦੀ ਆ ਵੀ ਰਾਮ ਮੰਦਿਰ ਅਸੀਂ ਬਣਾਵਾਂਗੇ, ਚਾਹੇ 370 ਧਾਰਾ ਦੀ ਗੱਲ ਹੋਈ ਜਾਂ ਕੋਈ ਵੀ ਹੋਈ, ਲੇਕਿਨ ਰਾਮ ਮੰਦਿਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਸੀ। ਕੀ ਕਹਿਣਾ ਚਾਹੋਗੇ? ਦੇਖੋ, ਪ੍ਰਭੂ ਸ਼੍ਰੀ ਰਾਮ ਦਾ ਮੰਦਿਰ ਬਣਾਉਣਾ ਜੀ। ਭਾਰਤੀ ਜਨਤਾ ਪਾਰਟੀ ਦੇ ਏਜੰਡੇ 'ਚ ਸ਼ੁਰੂ ਤੋਂ ਰਿਹਾ ਜੀ, ਔਰ ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਦਾ ਇਹ ਸੁਪਨਾ ਰਿਹਾ। ਉਹਦੇ ਨਾਲ ਨਾਲ ਇਸ ਦੇਸ਼ ਦੇ ਜੋ 100 ਕਰੋੜ ਦੇਸ਼ਵਾਸੀ ਨੇ, ਉਹਨਾਂ ਦਾ ਵੀ ਇਹ ਸੁਪਨਾ ਰਿਹਾ ਜੀ। ਉਹਨਾਂ ਨੇ ਬਾਰ-ਬਾਰ ਇਹ ਦੇਖਿਆ ਵੀ ਇਸ ਨਾਮ ਦੇ ਉੱਤੇ ਅਗਰ ਸਿਆਸਤ ਹੋ ਰਹੀ ਆ, ਧਰਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪ੍ਰਭੂ ਸ਼੍ਰੀ ਰਾਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਇਸ ਚੀਜ਼ ਦਾ ਖਮਿਆਜਾ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਭੁਗਤਣਾ ਪਿਆ। ਜਨਤਾ ਸਭ ਦੇਖਦੀ ਆ, ਜਨਤਾ ਸਭ ਜਾਣਦੀ ਆ ਜੀ। ਭਾਰਤੀ ਜਨਤਾ ਪਾਰਟੀ ਨੇ ਕਦੇ ਪ੍ਰਭੂ ਸ਼੍ਰੀ ਰਾਮ ਦੇ ਨਾਮ ਤੇ ਸਿਆਸਤ ਨਹੀਂ ਕੀਤੀ। ਆਪਣੇ ਏਜੰਡੇ 'ਚ ਖੁੱਲਮ ਖੁੱਲਾ ਲੈ ਕੇ ਚੱਲੇ ਨੇ ਕਿ ਸਾਡੀ ਆਸਥਾ ਦਾ ਪ੍ਰਤੀਕ ਨੇ, ਹਿੰਦੁਸਤਾਨ ਦੀ ਜੀਵਨ ਸ਼ੈਲੀ ਦਾ ਪ੍ਰਤੀਕ ਨੇ। ਮੈਂ ਤੁਹਾਨੂੰ ਮਿਸਾਲ ਦੇਣਾ ਚਾਹੂੰਗਾ ਜੀ। ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਜੀ। ਤਾਂ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਨਾ ਤਾਂ ਪ੍ਰਭੂ ਸ਼੍ਰੀ ਰਾਮ ਹੋਏ ਤੇ ਨਾ ਰਮਾਇਣ ਹੋਈ, ਇਹ ਸਭ ਕਾਲਪਨਿਕ ਗੱਲਾਂ ਨੇ। ਔਰ ਸ਼੍ਰੀ ਰਾਮ ਸੇਤੂ ਦਾ ਉਸ ਵੇਲੇ ਮੁੱਦਾ ਚੱਲ ਰਿਹਾ ਸੀ ਕਿ ਕੋਈ ਜਦੋਂ ਰਾਮ ਹੀ ਨਹੀਂ ਹੋਏ, ਕੋਈ ਲੰਕਾ ਹੀ ਨਹੀਂ ਹੋਈ, ਕੋਈ ਯੋਧਿਆ ਹੀ ਨਹੀਂ ਹੋਈ, ਤਾਂ ਇਹ ਰਾਮ ਸੇਤੂ ਵੀ ਨਹੀਂ ਹੋਇਆ। ਔਰ ਜਿਸ ਗੱਲ ਨੂੰ ਪ੍ਰਮਾਣਿਕਵਾਦ ਦੇ ਵਿੱਚ ਨਾਸਾ ਨਹੀਂ ਕੀਤਾ। ਮੈਂ ਜੋ ਗੱਲ ਕਰ ਰਿਹਾ ਬੜੀ ਪ੍ਰੈਕਟੀਕਲ ਗੱਲ ਕਰ ਰਿਹਾ। ਉਸ ਸਮੇਂ ਨੂੰ ਅਸੀਂ ਕੀ ਕਵਾਂਗੇ? ਇੰਨੇ ਇੱਕ ਸਾਡੇ 100 ਕਰੋੜ ਹਿੰਦੁਸਤਾਨ ਦੇ ਉਹਨਾਂ ਪ੍ਰਭੂ ਸ਼੍ਰੀ ਰਾਮ ਦੇ ਭਗਤਾਂ ਦੇ ਨਾਲ, ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਅਗਰ ਅਸੀਂ ਬਾਰ-ਬਾਰ ਖਿਲਵਾੜ ਕਰ ਰਹੇ ਹਾਂ, ਔਰ ਜਿਹੜੀ ਸਿਆਸਤ ਦਾ ਮੁੱਦਾ ਜਦੋਂ ਘੁੰਮ ਫਿਰ ਕੇ ਆਉਂਦਾ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਮ ਮੜਨ ਦੀ ਕੋਸ਼ਿਸ਼ ਕਰਦੇ ਆ, ਬਿਲਕੁਲ ਗਲਤ। ਚਲੋ ਮੈਂ ਪੁੱਛ ਲੈਣਾ ਆਇਆ। ਹਾਂਜੀ, ਆ ਰਿਹਾ ਮੈਂ ਇਹਨਾਂ ਨੂੰ ਇੱਕ ਸ਼ਾਮਲ ਕਰ ਲਵਾਂ ਕਰੂੰਗਾ ਜੀ। ਵੀ ਇਸ ਮੌਕੇ ਤੇ ਜਿੱਥੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਉਹਨਾਂ ਲਈ ਜਿਹੜੇ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹ ਛੋਟੀ ਗਿਣਤੀ ਨਹੀਂ, ਕਿਉਂਕਿ ਪਿਛਲੇ 300 ਸਾਲਾਂ 'ਚ ਇੰਨੀਆਂ ਲੜਾਈਆਂ ਲੜੀਆਂ ਗਈਆਂ ਨੇ। ਉਹਨਾਂ ਨੇ ਜਿੰਨੇ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ ਵੀ ਨਮਨ ਕਰਦੇ। ਚਲੋ ਮੈਂ ਹਾਂਜੀ ਮੋਹਰੇ, ਅਸੀਂ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹੀ ਹੈ ਵੀ ਸਿਆਸਤ ਵੀ ਹੋ ਰਹੀ ਹੈ, ਵੀ ਤੁਸੀਂ ਇਹ ਸਮਝਦੇ ਹੋ ਵੀ ਇਸ ਵੇਲੇ ਜੋ ਇਹਨਾਂ ਨੇ ਹੁਣ ਗੱਲ ਕਹੀ ਹੈ ਵੀ ਇਹ ਕਾਲਪਨਿਕ ਸੀਗੇ? ਖਾਸ ਕਰਕੇ ਕੱਲ ਨੇਪਾਲ ਦੇ ਬੀਤੇ ਦਿਨੀ ਉਹਦੇ ਪ੍ਰਧਾਨ ਮੰਤਰੀ ਨੇ ਵੀ ਗੱਲ ਕਰਤੀ ਹੈ ਵੀ ਰਾਮ ਤਾਂ ਸਾਡੇ ਲੱਗਦਾ ਇੱਥੇ ਜੋ ਯੋਧੇ ਤੇ ਇੱਥੇ ਹਿੰਦੁਸਤਾਨ ਤਾਂ ਹੈ ਨਹੀਂ। ਕਿਸ ਤਰੀਕੇ ਦੀਆਂ ਗੱਲਾਂ, ਕੀ ਇਹ ਭਰਮ ਪੈਦਾ ਕਰਨਾ ਚਾਹੁੰਦੇ ਸਾਡੇ ਹਿੰਦੁਸਤਾਨ ਦੇ ਵਿੱਚ? ਬੀਜੇਪੀ ਦਾ ਜਿਹੜਾ ਸੱਤਾ ਪ੍ਰਾਪਤੀ ਦੀ ਜਿਹੜੀ ਸ਼ੁਰੂਆਤ ਹੈ ਜੀ ਜੀ, ਉਹ ਰਾਮ ਮੰਦਿਰ ਔਰ ਰਥ ਯਾਤਰਾ ਤੋਂ ਹੁੰਦੀ ਹੈ। ਜੀ ਜੀ। ਇਹਨਾਂ ਨੇ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਪੂਰੇ ਦੇਸ਼ ਦੇ ਵਿੱਚ ਜੀ ਕਿ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਗੱਲ ਯਾਦ ਕਰਾਉਣਾ ਚਾਹੂੰਗਾ। ਜੀ। ਜਦੋਂ ਰਥ ਯਾਤਰਾ ਸ਼ੁਰੂ ਹੋਈ, ਉਦੋਂ ਇੱਕ ਮੰਡਲ ਕਮਿਸ਼ਨ ਆਇਆ ਸੀਗਾ। ਜੀ। ਬੀਪੀ ਸਿੰਘ ਪ੍ਰਧਾਨ ਮੰਤਰੀ, ਬਹੁਤ ਉਹਨਾਂ ਨੇ ਮੰਡਲ ਕਮਿਸ਼ਨ ਆਯੋਗ ਬਿਠਾਇਆ। ਇਹ ਮੰਡਲ ਕਮਿਸ਼ਨ ਬਹੁਤ ਪੁਰਾਣਾ ਸੀਗਾ। ਕਾਕਾ ਕਾਲੇਲਕਰ ਜਿਹੜਾ ਸੀਗਾ ਕਮੇਟੀ, ਉਹਦੇ ਤੋਂ ਬਾਅਦ ਮੰਡਲ ਕਮਿਸ਼ਨ ਬਣ ਗਿਆ ਔਰ ਆਰਕਸ਼ਣ ਦੀ ਗੱਲ ਚੱਲ ਪਈ। ਆਰਕਸ਼ਣ ਦੀ ਗੱਲ ਨੂੰ ਦਬਾਉਣ ਵਾਸਤੇ, ਕਿਉਂਕਿ ਜਿਹੜਾ ਆਰਕਸ਼ਣ ਦਾ ਫਾਇਦਾ ਲੈਂਦਾ ਉਹ 85% ਸਮਾਜ ਹੈਗਾ, ਲੇਕਿਨ ਜਿਹਦਾ ਨੇਤਰਤਵ ਬੀਜੇਪੀ ਦਾ ਅਡਵਾਨੀ ਜੀ ਕਰ ਰਹੇ ਸੀ, ਉਹਨਾਂ ਨੇ ਦੇਖਿਆ ਕਿ ਆਰਕਸ਼ਣ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਣ ਜਾ ਰਿਹਾ, ਤਾਂ ਉਹਨਾਂ ਨੇ ਮੰਡਲ ਦੇ ਸਾਹਮਣੇ ਇੱਕ ਕਮੰਡਲ
ਪੇਸ਼ ਕੀਤਾ ਔਰ ਪੂਰੇ ਦੇਸ਼ ਦੇ ਵਿੱਚ ਰਥ ਯਾਤਰਾ ਕੀਤੀ ਔਰ ਇਸੇ ਕਰਕੇ ਹੀ ਲਾਲੂ ਪ੍ਰਸਾਦ ਯਾਦਵ ਨੇ ਉਹਨਾਂ ਨੂੰ ਬਿਹਾਰ ਦੇ ਵਿੱਚ ਵਾਰਨਿੰਗ ਦੇ ਕੇ ਗ੍ਰਿਫਤਾਰ ਕਰਵਾ ਲਿਆ। ਇਹਨਾਂ ਨੇ ਉਹ ਯਾਤਰਾ ਸੱਤਾ ਪ੍ਰਾਪਤੀ ਵਾਸਤੇ ਕੀਤਾ, ਮੰਡਲ ਕਮਿਸ਼ਨ ਨੂੰ ਦਬਾਉਣ ਵਾਸਤੇ ਕਮੰਡਲ ਕਮਿਸ਼ਨ ਜਿਹੜਾ ਇਹਨਾਂ ਦਾ ਯਾਤਰਾ ਸੀ ਕਮੰਡਲ ਯਾਤਰਾ ਉਹ ਕੱਢੀ। ਇਹ ਕੋਈ ਰਾਮ ਮੰਦਿਰ ਦੇ ਨਾਲ ਕੋਈ ਜੁੜਿਆ ਹੋਇਆ ਮੁੱਦਾ ਨਹੀਂ ਸੀਗਾ, ਇਹ ਸੱਤਾ ਪ੍ਰਾਪਤੀ ਦਾ ਇੱਕ ਬਹੁਤ ਵੱਡਾ ਮੁੱਦਾ ਸੀਗਾ। ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਔਰ ਬਾਰ-ਬਾਰ ਹਰ ਇਲੈਕਸ਼ਨ ਦੇ ਵਿੱਚ ਕਹਿੰਦੇ ਰਹੇ ਰਾਮ ਮੰਦਿਰ ਬਣਾਏਂਗੇ, ਰਾਮ ਮੰਦਿਰ ਬਣਾਏਂਗੇ। ਹੁਣ ਲੋਕ ਜਦੋਂ ਝੁਬਾਓ ਹੋ ਕੇ ਪੁੱਛਣ ਲੱਗੇ ਵੀ ਕਦੋਂ ਬਣੂਗਾ, ਫਿਰ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਦੇਖੋ ਰਾਮ ਮੰਦਿਰ ਆਸਥਾ ਦੀ ਗੱਲ ਹੈ, ਇਹ ਬਣਨਾ ਚਾਹੀਦਾ। ਮੈਨੂੰ ਇਹਦੇ ਵਿੱਚ ਖੁਸ਼ੀ ਹੈ ਕਿ ਰਾਮ ਮੰਦਿਰ ਬਣ ਜਾਏਗਾ। ਮੈਂ ਇੱਥੇ ਇੱਕ ਹੋਰ ਸਵਾਲ ਖੜਾ ਕਰਦਾ, ਜਸਟਿਸ ਰਾਜ ਸਭਾ ਚਲੇ ਗਏ, ਮੈਂ ਦੇਖੋ ਕੋਈ ਕਿਸੇ ਦਾ ਹਰ ਬੰਦਾ ਇੰਡੀਵਿਜੂਅਲ ਹੈ, ਭਾਰਤ ਦੇ ਵਿੱਚ ਭਾਰਤੀ ਸੰਵਿਧਾਨ ਲਾਗੂ ਹੈ, ਭਾਰਤੀ ਸੰਵਿਧਾਨ ਦੇ ਹਿਸਾਬ ਨਾਲ ਕੰਮ ਹੋਣਗੇ। ਤੁਸੀਂ ਜੱਜ ਬਣਨਾ ਇਹ ਤੁਹਾਡੇ ਤੇ ਨਿਰਭਰ ਹੈ, ਤੁਹਾਡੇ ਟੈਲੈਂਟ ਤੇ ਹੈ। ਤੁਸੀਂ ਰਾਜ ਸਭਾ ਜਾਣਾ ਤੁਹਾਡਾ ਟੈਲੈਂਟ ਹੈ, ਤੁਸੀਂ ਲੋਕ ਸਭਾ ਜਾਣਾ ਤੁਹਾਡਾ ਟੈਲੈਂਟ ਹੈ। ਮੈਂ ਇੱਥੇ ਇੱਕ ਸਵਾਲ ਖੜਾ ਕਰਦਾ ਜਿਹੜਾ ਮੇਰਾ ਹੈਗਾ, ਬੋਲੋ। ਜਦੋਂ ਰਾਮ ਮੰਦਿਰ ਬਣਾਉਣਾ ਹੁੰਦਾ ਹੈ ਤਾਂ ਸਾਰੀ ਕਮਿਊਨਿਟੀ ਜਿਹੜੀ ਆ ਹਿੰਦੂ ਹੋ ਜਾਂਦੀ ਹੈ, ਲੇਕਿਨ ਜਦੋਂ ਟਰਸਟ ਦੇ ਮੈਂਬਰ ਬਣਾਉਣੇ ਹੁੰਦੇ ਆ ਤਾਂ ਫਿਰ ਕਿੱਥੇ ਜਾਂਦੇ ਆ? ਮੇਰੇ ਜਾਣਕਾਰੀ ਦੇ ਹਿਸਾਬ ਨਾਲ ਉਸ ਟਰਸਟ ਦੇ ਵਿੱਚ ਇੱਕ ਸ਼ਡਿਊਲ ਕਾਸਟ ਮੈਂਬਰ ਹੈ, ਬਾਕੀ OBC ਦਾ ਕੋਈ ਮੈਂਬਰ ਨਹੀਂ ਹੈਗਾ। ਜਦ ਕਿ OBC ਕੀ ਭਾਜਪਾ OBC ਨੂੰ ਹਿੰਦੂ ਨਹੀਂ ਮੰਨਦੀ? ਜੇ ਨਹੀਂ ਮੰਨਦੀ ਤਾਂ ਠੀਕ ਹੈ। ਮੈਂ ਇੱਥੇ ਬਹੁਤ ਵੱਡਾ ਸਵਾਲ ਹੈ ਜੀ। ਹਾਂ ਮੈਂ ਕਾਂਗਰਸ ਇੱਕ ਮੈਂ ਤਾਂ ਸਾਨੂੰ ਪੁੱਛ ਲਓ। ਹਾਂਜੀ ਮਹਿਤਾ ਸਾਹਿਬ, ਤੁਹਾਡੇ ਤੇ ਇੱਕ ਦੂਸਰਾ ਸਵਾਲ ਵੀ ਹੈ ਵੀ ਅੱਜ ਇਹ ਗੱਲ ਕਹੀ ਗਈ ਹੈ ਵੀ ਉਸ ਦਿਨ 5 ਅਗਸਤ ਨੂੰ 10 ਵੱਡੇ ਹਿੰਦੁਸਤਾਨ ਦੇ ਵੱਡੇ ਉਦਯੋਗਪਤੀ ਬੁਲਾਏ ਜਾਣਗੇ, ਟਾਟਾ ਆਪਣਾ ਰਿਲਾਇੰਸ ਦੇ, ਅੰਬਾਨੀ, ਜਿਹੜੇ ਹੋਰ ਵੀ ਆ, ਰਾਜੀਵ, ਸਾਰੇ ਆਣਗੇ, ਲੇਕਿਨ ਕਾਂਗਰਸ ਦੇ ਕਿਸੇ ਵੱਡੇ ਅਹੁਦੇਦਾਰ ਨੂੰ ਹਜੇ ਤੱਕ ਇਹ ਸੂਤਰਾਂ ਤੋਂ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਬੁਲਾਇਆ ਹੋਊਗਾ। ਤੁਸੀਂ ਕੀ ਇਸ ਸਹਿਮਤ ਹੋ? ਦੇਖੋ, ਕਿਉਂਕਿ ਤੁਹਾਡੇ ਰਾਹੁਲ ਗਾਂਧੀ ਹਮੇਸ਼ਾ ਕਹਿੰਦੇ ਰਹੇ ਨੇ ਵੀ BJP ਜਿਹੜੀ ਆ 10 ਵੱਡੇ ਉਦਯੋਗਪਤੀਆਂ ਨਾਲ ਚੱਲਦੀ ਹੈ। ਦੇਖੋ ਇੱਕ ਚੀਜ਼ ਕਲੀਅਰ ਹੈ ਜੀ, ਜੋ ਕਾਂਗਰਸ ਨੇ ਕਿਹਾ ਅੱਜ ਜੀ ਤੱਕ ਉਹ ਆਪਣੇ ਆਪ ਪ੍ਰੂਵ ਹੋ ਰਿਹਾ ਜੀ। ਜਿਹੜੇ ਲੋਕ ਕੱਲ ਤਾਈਂ ਸਾਨੂੰ ਬੜੀਆਂ ਜੁਮਲਿਆਂ ਦੇ ਵਿੱਚ ਕੋਸਦੇ ਸੀ, ਅੱਜ ਮੀਡੀਆ ਸੋਸ਼ਲ ਮੀਡੀਆ ਇੰਨਾ ਤੁਹਾਡਾ ਤੇਜ਼ ਹੈ ਕਿ ਉਹਨਾਂ ਦੀਆਂ ਹੀ ਸੀੜੀਆਂ ਦੁਆਰ ਸਾਹਮਣੇ ਲਿਆ ਰਹੇ। ਮੈਂ ਸਭ ਤੋਂ ਪਹਿਲਾਂ ਗੱਲ ਕਰਨੀ ਚਾਹਾਂਗਾ ਕਿ ਭਗਵਾਨ ਰਾਮ ਨੂੰ ਸਾਰੇ ਮੰਨ ਰਹੇ ਨੇ ਜੀ। ਅੱਜ ਅਸ਼ੰਕਾ ਤੇ ਉੱਥੇ ਹੁੰਦੀ ਹੈ ਜਿੱਦਾਂ ਮੇਰੇ ਵੀਰ ਨੇ ਕਿਹਾ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਵੀ ਤਾਂ ਮੰਨੋ, ਲਵ ਕੁਸ਼ ਪਾਲਕ ਸੀਗੇ, ਸੀਤਾ ਸ਼ਰਕਸ਼ਕ ਸੀਗੇ। ਜਿੱਥੇ ਭਗਵਾਨ ਰਾਮ ਨੂੰ ਮੰਨ ਰਿਹਾ ਸੀ ਉਹਨਾਂ ਨੂੰ ਵੀ ਮੰਨੋ। ਜਿਹੜੀ ਕਾਂਗਰਸ ਹੈ ਉਹਨਾਂ ਨੂੰ ਵੀ ਮੰਨਦੀ ਹੈ। ਜੇ ਮੰਡਲ ਔਰ ਕਮੰਡਲ ਦੀ ਗੱਲ ਤਾਂ ਹੀ ਫੈਲੀ। ਸਾਡਾ ਇੱਕੋ ਹੀ ਹੈ, ਜਿਹੜੀ ਤੁਸੀਂ ਵੀ ਗੱਲ ਕੀਤੀ ਕਿ ਇਹ ਦੇਸ਼ ਦੇ ਵਿੱਚ ਜਦੋਂ 70 ਸਾਲ ਦੇ ਉੱਤੇ ਸਾਡੇ ਆਂਦੇ ਕਿ ਤੁਸੀਂ ਜ਼ਿਆਦਾਤਰ ਰਾਜ ਕੀਤਾ, ਜਿਹੜੀਆਂ ਚੀਜ਼ਾਂ ਅਸੀਂ ਦੇਸ਼ ਲਈ ਬਣਾਈਆਂ, ਅੱਜ ਦੇਸ਼ ਦੇ ਵਿੱਤ ਮੰਤਰੀ ਉਹਨਾਂ ਚੋਂ ਵੀ 23 ਐਸੀਆਂ ਚੀਜ਼ਾਂ ਲੈ ਕੇ ਬੈਠੇ ਜਿਹਨੂੰ ਕਹਿੰਦੇ ਅਸੀਂ ਸੇਲ ਕਰਨੀ ਹੈ। ਔਰ ਜਿਹੜੀ 10 ਘਰਾਂ ਦੀ ਗੱਲ ਰਾਹੁਲ ਜੀ ਕਰਦੇ ਨੇ, ਜੇ ਉਹ ਘਰਾਂ ਨੂੰ ਸਾਰਾ ਕੁਝ ਦੇਈ ਜਾ ਰਿਹਾ ਦੇਸ਼ ਦਾ ਸਰਕਾਰੀ ਜਿਹੜਾ ਸੀਗਾ, ਪ੍ਰਾਈਵੇਟਾਈਜੇਸ਼ਨ ਕਰੀ ਜਾ ਰਿਹਾ, ਜੇ ਉਹ ਉਹਨੂੰ ਉੱਥੇ ਭਗਵਾਨ ਦੇ ਦਰ ਤੇ ਵੀ ਬੁਲਾਉਂਦੇ ਨੇ, ਅਸੀਂ ਤਾਂ ਇੱਕੋ ਚੀਜ਼ ਸਮਝਦੇ ਨੇ, ਇਹ ਉਹਨਾਂ ਦਾ ਏਜੰਡਾ ਹੈ। ਜੇ ਕਾਂਗਰਸ ਨੂੰ ਬੁਲਾਣਗੇ ਤੇ ਕਾਂਗਰਸ ਇਹ ਨਹੀਂ ਹੈ ਕਿ ਕਾਂਗਰਸ ਨਹੀਂ ਜਾਏਗੀ, ਲੇਕਿਨ ਇਹ ਰਾਜਨੀਤਿਕ, ਮੈਂ ਪਹਿਲਾਂ ਕਹਿੰਦਾ ਰਾਜਨੀਤੀ ਨਾ ਕਰੋ, ਇਹਨੂੰ ਇੱਕ ਐਸਾ ਸੁਖਮਾ ਮਾਹੌਲ ਬਣਾਓ ਜਿਹਦੇ ਵਿੱਚ ਦੀਵਾਲੀ ਰਲ ਕੇ ਬੁਲਾ ਸਕੀਏ। ਪਰ ਰਾਜਨੀਤੀ ਦਾ ਹੋਰ ਹੀ ਨਾ ਸਾਹਮਣੇ ਆ ਰਹੇ ਤੱਥ ਸਾਹਮਣੇ ਆ ਰਹੇ। ਜੀ 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 ਹਾਂਜੀ, ਲਾਸਟ ਮੈਂ ਤਾਂ ਜੀ ਹਾਂਜੀ आदेश जी की कहना चाहूंगे? मेहता जी ने गल कही है बहुत अच्छी है, महत्वपूर्ण है, और मौलवी जी ने कही बहुत अच्छी कही है तिमान जी ने। लेकिन मैं फिर भी ये कहूंगा कि भारत दी हिंदुस्तान दी जिहड़ी परंपरा रही है, तो हिंदुस्तान दे विच कुछ सियासी पार्टियां वो बिल्कुल एकता दा प्रमाण कहंदियां ने, धर्म निरपेक्ष कहंदियां ने, पर लेकिन धर्म निरपेक्षता होती नहीं। कि जैसे कि हिंदुस्तान के अंदर इफ्तिकार पार्टी दी जाती है, कभी भी इफ्तिकार पार्टी के बजाय नवरात्रों में दुर्गा नाम की पूजा पाठ या कीर्तन सत्संग जागरण कभी नहीं किया गया। रक्षाबंधन पर
और इस तरह के नवरात्रों पर, सम्मत पर कभी भी किसी दूसरी पार्टियों ने कहीं भी साझा विचार नहीं रखा, सिवाय उन पार्टियों ने जो हिंदुइज्म के लिए चलती हैं, क्योंकि भारतीय जनता पार्टी, विश्व हिंदू परिषद, बजरंग दल, इस तरह की जो पार्टी हैं जो हिंदुस्तान की बहुसंख्यक आबादी को लेकर चलती हैं। लेकिन कुछ पार्टियां हैं जो थोड़े समुदायों को लेकर अपनी पार्टी के वोट के लिए अपना एक प्रोपोगंडा करती हैं, इफ्तार पार्टी है जो कुछ और भी है, इस तरह के वो नियम और त्योहार मनाती हैं। बल्कि उनको चाहिए कि एक जो हिंदुओं को, जो बहुसंख्यक आबादी के लोग मानते हैं, उनकी भी इफ्तार पार्टी की तरह ही एक नवरात्रों में इसी तरह की पार्टी होनी चाहिए। जैसा कि तुम्हारी पता लग रहा है सूत्रों मुताबिक 200 ਜਿਹੜੇ ਮੇਨ ਬੰਦੇ ਹੋਣਗੇ ਟਰਸਟ ਨੂੰ ਛੱਡ ਕੇ, ਕਿ ਉਹਨਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਆਉਂਦੀਆਂ ਜਿਨ੍ਹਾਂ ਨੇ ਅਹਿਮ ਰੋਲ ਇਸ ਹਿੰਦੁਸਤਾਨ ਦੀ ਆਜ਼ਾਦੀ ਲਈ ਨਿਭਾਇਆ ਹੋਇਆ? ਖਾਸ ਕਰਕੇ ਕਾਂਗਰਸ ਨੇ ਜਿਹਨੇ ਘੱਟੋ ਘੱਟ 60-65 ਸਾਲ ਤਾਂ ਰਾਜ ਕੀਤਾ ਹੀ ਆ, ਕਿ ਉਹਨਾਂ ਦਾ ਦਾਇਿਤਵ ਕੁਛ ਨਹੀਂ ਬਣਦਾ? ਉਹਨਾਂ ਦੀ ਨਹੀਂ ਇੱਛਾ ਵੀ ਅਸੀਂ ਰਾਮ ਮੰਦਿਰ ਬਣਾਈਏ ਜਾਂ ਰਾਮ ਮੰਦਿਰ ਦੇ ਵਿੱਚ ਅਸੀਂ ਭਾਗੀਦਾਰੀ ਬਣੀਏ? ਦੇਖੋ, ਇਹ ਹੋਣਾ ਚਾਹੀਦਾ ਨਹੀਂ? ਮੈਂ ਤਾਂ ਜੀ ਇਹ ਡਿਬੇਟ 'ਚ ਤੁਹਾਨੂੰ ਗੱਲ ਨਿੱਤਰ ਕੇ ਪਹਿਲਾਂ ਹੀ ਬਾਹਰ ਆ ਰਹੀ ਹੈ ਜੀ। ਆਪਣਾ ਮੋਰਿਆ ਜੀ ਨੇ ਵੀ ਗੱਲ ਕਹੀ, ਮਹਿਤਾ ਜੀ ਨੇ ਵੀ ਗੱਲ ਰੱਖੀ ਬਈ ਜਦੋਂ ਅਸੀਂ ਰਾਮ ਦੇ ਨਾਂ ਤੇ ਗੱਲ ਕਰਦੇ ਆ, ਬੀਜੇਪੀ ਨੂੰ ਕਟਹਿਰੇ 'ਚ ਖੜੀ ਕਰਨ ਦੀ ਕੋਸ਼ਿਸ਼ ਕਰਦੇ, ਤੇ ਬੀਜੇਪੀ ਨੇ ਤਾਂ ਕਦੀ ਇਸ ਗੱਲ ਨੂੰ ਨਾ ਹੀ ਨਹੀਂ ਕੀਤੀ ਕਿ ਸਾਡਾ ਏਜੰਡਾ ਨਹੀਂ ਹੈ ਸ਼੍ਰੀ ਰਾਮ ਮੰਦਿਰ ਬਣਾਉਣਾ। ਅਸੀਂ ਤਾਂ ਇੱਕ ਠੋਕ ਕੇ ਕਹਿੰਦੇ ਆ ਵੀ ਸਾਡਾ ਸਭ ਤੋਂ ਪਹਿਲਾ ਏਜੰਡਾ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦਾ ਭਵਿਆ ਨਿਰਮਾਣ ਕਰਨਾ ਅਯੋਧਿਆ ਦੇ ਵਿੱਚ। ਉਹਦੇ ਲਈ ਸਾਨੂੰ ਕਿਸੇ ਗੱਲ ਦਾ, ਕੋਈ ਕਿਸੇ ਗੱਲ ਦੇ ਵਿੱਚ ਕੋਈ ਐਕਸਕਿਊਜ਼ ਕਰਨ ਦੀ ਜ਼ਰੂਰਤ ਨਹੀਂ। ਉਹਦੇ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ। ਕੱਲ ਤੁਸੀਂ ਆਪ ਹੀ ਕਿਹਾ, ਦੇਖੋ ਆਪ ਹੀ ਕਿਹਾ ਵੀ ਸਾਬਿਤ ਪਾਤਰਾ ਨੇ ਵੀ ਕਿਸੇ ਚੈਨਲ ਤੇ ਕਿਹਾ ਸੀਗਾ ਵੀ ਸੋਨੀਆ ਗਾਂਧੀ ਤੇ ਹੋਰ ਕਾਂਗਰਸ ਲੀਡਰਾਂ ਨੇ ਜਿਹੜੀ ਇਹ ਗੱਲ ਕੀਤੀ ਆ, ਇਹ ਕਾਲਪਨਿਕ ਹੈ ਰਾਮ। ਦੇਖੋ ਉਹਨਾਂ ਨੇ ਗੱਲ ਇਹ ਕਹੀ ਸੀ, ਇਹ ਤਾਂ ਪ੍ਰਮਾਣਿਕ ਗੱਲ। ਕਿੱਥੇ ਕਿਹੜੇ ਤੱਥ ਨਾਲ ਕਹੀ ਹੈ? ਹਾਂ, ਉਹ ਨਹੀਂ, ਮੈਂ ਹੀ ਕਹਿ ਰਿਹਾ, ਇਹ ਤਾਂ ਤੱਥ ਤੁਸੀਂ ਕਾਂਗਰਸ ਦੇ ਲੀਡਰਸ਼ਿਪ ਤੋਂ ਪੁੱਛੋ, ਉਹਨਾਂ ਨੇ ਕਿਸ ਤੱਥਾਂ ਦੇ ਆਧਾਰ ਤੇ ਗੱਲ ਕਹੀ ਸੀ ਜਦੋਂ ਕਿ ਇਹ ਗੱਲਾਂ ਪ੍ਰਮਾਣਿਕ ਹੋ ਗਈਆਂ। ਔਰ ਦੇਖੋ ਉਸ ਤੋਂ ਬਾਅਦ 5 ਜੱਜਾਂ ਦੀ ਬੈਂਚ ਨੇ ਫੈਸਲਾ ਲਿਆ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਪੱਖ ਦੇ ਵਿੱਚ ਕਿ ਇੱਥੇ ਰਾਮ ਮੰਦਿਰ ਜੀ ਦਾ ਨਿਰਮਾਣ ਹੋਏਗਾ। ਜੋ ਤੱਥਾਂ ਨੇ ਸਾਰੇ ਉਹਦੇ ਪੱਖ 'ਚ ਨੇ। ਇਹਦੇ ਬਾਵਜੂਦ ਇਹ ਨਿਰਣਿਆ ਨਰਿੰਦਰ ਮੋਦੀ ਜੀ ਦਾ ਜਾਂ ਬੀਜੇਪੀ ਦਾ ਗਿਣ ਰਹੇ ਨੇ। ਸੋਚ ਦੇਖੋ ਕਿੱਥੇ ਜਾ ਰਹੀ ਆ। ਅਗਰ ਇਹ ਸੱਚਾਈ ਤੇ ਹੁੰਦੀਆਂ ਇਹ ਪਾਰਟੀਆਂ ਤਾਂ ਹੋ ਸਕਦਾ ਇਹ ਨਿਰਣਿਆ ਇਹਨਾਂ ਦੇ ਰਾਜ ਦੇ ਵਿੱਚ ਵੀ ਆ ਜਾਂਦਾ। ਚਲੋ ਮੈਂ ਪੁੱਛ ਲੈਂਦਾ। ਹਾਂਜੀ, ਲੇਕਿਨ ਨਹੀਂ, ਮੈਨੂੰ ਜਵਾਬ ਦੇ ਦਿਓ। ਇਹਨਾਂ ਨੇ ਕਰਦਾ, ਇਹਨਾਂ ਨੇ ਸਮਾਂ ਘੱਟ ਕਮੰਡਲ ਬੰਨਤਾ। ਠੀਕ ਹੈ ਜੀ, ਚਲੋ ਉਹ ਤਾਂ ਪ੍ਰੂਫ ਹੋਇਆ ਸੀ ਨਾ। ਜਾਤੀ ਪ੍ਰਥਾ ਦੀ ਨਾਲ ਗੱਲ ਜੋੜਤੀ, ਧਰਮ ਨੂੰ ਜਾਤੀ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਜਿਹੜੀ ਦੇਖੋ ਸਿਆਸਤ ਆ, ਇਹ ਸਿਆਸਤ ਕਰਨ ਦਾ ਮੌਕਾ ਨਹੀਂ, ਅੱਜ ਖੁਸ਼ੀ ਮਨਾਉਣ ਦਾ ਮੌਕਾ ਵੀ ਇਹ ਤੁਹਾਡੇ ਦੇਸ਼ ਦੇ ਵਿੱਚ ਐਡਾ ਵੱਡਾ ਨਿਰਮਾਣ ਹੋ ਰਿਹਾ। ਅਸੀਂ ਉਸੇ ਗੱਲ ਦੀ ਚਰਚਾ ਕਰ ਰਹੇ ਹਾਂ ਵੀ ਸਿਆਸਤ ਕਰਨੀ ਚਾਹੀਦੀ ਹੈ। ਦੇ ਵਿੱਚ ਇੰਗਲੈਂਡ ਦਾ ਇੱਕ ਸੰਸਦ ਪਾਰਲੀਮੈਂਟ ਮੈਂਬਰ, ਉਹਨਾਂ ਦਾ ਸ਼ਿਸ਼ਟਮੰਡਲ ਜਿਨ੍ਹਾਂ ਦਾ ਨਾਮ ਸੀ ਵਿਲੀਅਮ ਕੈਰਫੋਰਡ, ਉਹ ਇੱਥੇ ਹਿੰਦੁਸਤਾਨ 'ਚ ਆਏ ਸੀ। ਉਹਨਾਂ ਨੇ ਉਸ ਵੇਲੇ ਇਹ ਗੱਲ ਜਦੋਂ ਇੱਥੇ ਹਿੰਦੁਸਤਾਨ 'ਚ ਵਿਚਰ ਕੇ ਵਾਪਸ ਗਏ, ਪਾਰਲੀਮੈਂਟ ਦੇ ਵਿੱਚ, ਇੰਗਲੈਂਡ ਦੇ ਪਾਰਲੀਮੈਂਟ 'ਚ ਔਨ ਰਿਕਾਰਡ ਆਏ ਕਿ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੀ ਜੀਵਨ ਸ਼ੈਲੀ 'ਚ ਸ਼੍ਰੀ ਰਾਮ ਵਸਦੇ ਨੇ। ਅਗਰ ਜਦ ਤੱਕ ਅਸੀਂ ਉਹਨਾਂ ਨੂੰ ਨਹੀਂ ਕੱਢ ਦਿੰਦੇ ਉਦੋਂ ਤੱਕ ਅਸੀਂ ਹਿੰਦੁਸਤਾਨ ਤੇ ਰਾਜ ਨਹੀਂ ਕਰ ਪਾਵਾਂਗੇ। ਇਹਦੇ ਲਈ ਸਾਨੂੰ ਉੱਥੇ ਦੀ ਜਾਤ ਪ੍ਰਥਾ ਨੂੰ ਬੜਾਵਾ ਦੇ ਕੇ ਉੱਥੇ ਡਿਵਾਈਡ ਐਂਡ ਰੂਲ ਕਰਨਾ ਪਏਗਾ। ਅੰਗਰੇਜ਼ ਚਲੋ ਪਹਿਲਾਂ ਵੀ ਕਰਕੇ ਦੇਖ ਲਿਆ। ਬਾਕੀ ਪਾਰਟੀਆਂ ਅੱਜ ਉਹਨਾਂ ਦੇ ਪੱਛ ਇਹਨਾਂ ਦੇ ਚੱਲ ਕੇ ਹਜੇ ਵੀ ਸਮਾਜ ਨੂੰ ਧਰਮ ਦੇ ਨਾਂ ਤੇ, ਕਦੇ ਜਾਤੀ ਪ੍ਰਥਾ ਦੇ ਨਾਂ ਤੇ ਬਣਨ ਦੀ ਕੋਸ਼ਿਸ਼ ਕਰ ਰਹੀਆਂ। ਚਲੋ ਉਹ ਤੁਹਾਡੇ ਤੇ ਵੀ ਇਲਜ਼ਾਮ ਲਾਉਂਦੇ ਬੀਜੇਪੀ ਤੇ। ਹਾਂਜੀ, ਲਾਸਟ ਕੀ ਕਹਿਣਾ? ਛੋਟ ਥੋੜਾ ਜਿਹਾ। ਹਾਂਜੀ, ਮੈਨੂੰ ਬਹੁਤ ਖੁਸ਼ੀ ਹੈ ਕਿ ਰਾਮ ਮੰਦਿਰ ਦਾ ਨਿਰਮਾਣ ਹੋਣ ਜਾ ਰਿਹਾ ਔਰ 6 ਮੰਜ਼ਲਾ ਉਹਦੀ ਹਾਈਟ ਹੈ। ਸਾਰਾ ਕੁਝ ਬਹੁਤ ਵਧੀਆ। 3000 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਰਾਮ ਮੰਦਿਰ ਬਣਨ ਜਾ ਰਿਹਾ। ਆਨਰੇਬਲ ਸੁਪਰੀਮ ਕੋਰਟ ਦੇ ਜਿਹੜੇ ਇਹ ਡਿਸੀਜਨ ਹੈ, ਮੈਂ ਉਹਦਾ ਸਤਿਕਾਰ ਕਰਦਾ ਔਰ ਖੁਸ਼ੀ ਪ੍ਰਗਟ ਕਰਦਾ। ਮੈਂ ਬੇਨਤੀ ਇਹ ਵੀ ਕਰਨੀ ਚਾਹੂੰਗਾ ਕਿ 3000 ਕਰੋੜ ਰੁਪਏ ਦਾ ਤੁਸੀਂ ਪ੍ਰਭੂ ਸ਼੍ਰੀ ਰਾਮ ਦਾ ਮੰਦਿਰ ਬਣਾਉਣ ਜਾ ਰਹੇ ਹੋ। ਉੱਚੀ ਐਂਡ ਬਹੁਤ ਉੱਚੀ ਤੁਸੀਂ ਮੂਰਤੀ ਲਾਓ, ਸਾਨੂੰ ਬਹੁਤ ਖੁਸ਼ੀ ਹੈ ਔਰ ਇਹ ਆਸਥਾ ਦਾ ਵਿਸ਼ਾ ਵੀ ਹੈ ਔਰ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਮੈਂ ਬੀਜੇਪੀ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਮੰਦਿਰ ਇੰਨਾ ਭव्य ਬਣਾਓ ਕਿ ਪੂਰੇ ਵਿਸ਼ਵ ਦੇ ਵਿੱਚ ਨਾਮ ਹੋਵੇ। ਨਾਲ ਦੀ ਨਾਲ ਉੱਥੇ ਹੀ ਉਸੇ ਜਗ੍ਹਾ ਜਾਂ ਜਿੱਥੇ ਵੀ ਤੁਹਾਨੂੰ ਸੂਟੇਬਲ ਜਗ੍ਹਾ ਲੱਗਦੀ ਹੈ
6000 3000 4000 ਜਾਂ 2000 ਕਰੋੜ ਦੀ ਇੱਕ ਯੂਨੀਵਰਸਿਟੀ ਵੀ ਬਣਾਓ। ਸਾਨੂੰ ਸਿੱਖਿਆ ਦੀ, ਅਸੀਂ ਭਾਰਤੀ ਲੋਕ ਸਿੱਖਿਆ ਦੇ ਤੌਰ ਤੇ ਬਹੁਤ ਪਿਛੜੇ ਹੋਏ ਹਾਂ। ਸਾਡੀ ਕੋਈ ਯੂਨੀਵਰਸਿਟੀ ਵਰਲਡ ਦੀਆਂ ਜਿਹੜੀਆਂ ਟੌਪ 50 ਯੂਨੀਵਰਸਿਟੀਆਂ ਉਹ 'ਚ ਨਹੀਂ ਆਂਦੀ। ਸਾਡਾ ਧਿਆਨ ਉਧਰ ਵੱਲ ਵੀ ਹੋਣਾ ਚਾਹੀਦਾ ਹੈਗਾ। ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਜਦੋਂ ਇਹਨਾਂ ਨੇ ਬਾਬਰੀ ਮਸਜਿਦ ਦਾ ਵਿਧਵੰਸ ਕੀਤਾ, ਇਹਨਾਂ ਨੇ ਉਸ ਟਾਈਮ ਕਾਂਗਰਸ ਦੀ ਪੀਵੀ ਨਰਸਿਮਹਾ ਰਾਓ ਜੀ ਸਰਕਾਰ ਸੀਗੀ, ਉਹਨਾਂ ਦੇ ਇਸ਼ਾਰੇ ਸੀਗੇ ਕਿ ਤੁਸੀਂ ਏਦਾਂ ਕਰਕੇ ਤੇ ਮੰਦਿਰ ਬਣਾ ਲਓ। ਉਸ ਟਾਈਮ ਇਹਨਾਂ ਨੇ ਨਹੀਂ ਮੰਦਿਰ ਬਣਾਇਆ ਔਰ ਇਹਨੂੰ ਖਿੱਚੀ ਗਏ। ਮੰਦਿਰ ਬਣਨਾ ਚਾਹੀਦਾ, ਮੈਂ ਬਾਰ-ਬਾਰ ਕਹਿੰਦਾ ਬਣਨਾ ਚਾਹੀਦਾ। ਅਦਾਲਤ 'ਚ ਮਾਮਲਾ ਸੀਗਾ, ਇਸ ਕਰਕੇ ਅਦਾਲਤ ਦਾ ਜਿਹੜਾ ਹੈ ਉਹ ਲੰਬਾ ਚੱਲਿਆ। ਅਦਾਲਤ ਦਾ ਫੈਸਲਾ ਜਿਹੜਾ ਹੈ ਉਹ ਸਰਵਉੱਚ ਹੁੰਦਾ। ਤੇ ਲਾਸਟ ਦੇ ਵਿੱਚ ਮੈਂ, ਹਾਂਜੀ ਤੁਹਾਡੇ ਕਾਂਗਰਸ ਸਾਰੇ ਗੱਲ ਤੁਹਾਡੇ ਤੇ ਆਉਂਦੀ ਹੈ, ਲਾਸਟ ਤੁਸੀਂ ਕੀ ਕਹਿਣਾ ਚਾਹੋ? 30 ਸੈਕਿੰਡ ਸਾਰੇ ਦੱਸੋ ਵੀ ਹੁਣ ਇਹ ਰਾਮ ਮੰਦਿਰ ਜਿਹੜਾ ਬੱਬੇ ਮੰਦਿਰ ਬਣਨ ਜਾ ਰਿਹਾ, ਵਾਕਈ ਇਹਦੇ 'ਚ ਜਿਹੜੀ ਸਿਆਸਤ ਹੁਣ ਵੀ ਹੋ ਰਹੀ ਹੈ ਔਰ ਕੀ ਇਹ ਹੋਣੀ ਚਾਹੀਦੀ ਤੇ ਨਹੀਂ ਹੋਣੀ ਚਾਹੀਦੀ, ਔਰ ਇਹ ਮੰਦਿਰ ਦਾ ਕਿਸ ਤਰੀਕੇ ਨਾਲ ਇਹਦਾ ਰੂਪ ਆਉਣਾ ਚਾਹੀਦਾ? ਅਸੀਂ ਇੱਕ ਚੀਜ਼ ਕਰਨੇ ਆ, Last ਦਾ ਵਿਸ਼ੇ ਹੈ ਜੀ। ਬੜੀ ਲੋਕਾਂ ਨੇ ਇੱਕ ਇੱਟ ਦਾ ਉਹਦੇ 'ਚ ਯੋਗਦਾਨ ਪਾਇਆ। ਮਹਾਰਾਸ਼ਟਰ ਨੇ 34 ਚਾਂਦੀ ਦੇ ਇੱਟਾਂ ਭੇਜਤੀਆਂ ਅੱਜ ਉੱਥੋਂ। ਇੱਕ ਚੀਜ਼ ਜ਼ਰੂਰ ਦੇਖਣੀ ਚਾਹੀਦੀ ਹੈ। ਦੇਖੋ ਉਹਦੇ ਠਾਕਰੇ ਜੀ ਦਾ ਆਪਣੇ ਆਸਥਾ ਹੈ, ਅਸੀਂ ਉਹਨੂੰ ਨਮਨ ਕਰਦੇ ਹਾਂ। ਆਸਥਾ ਦਾ ਵਿਸ਼ੇ ਹੈ, ਇਹਦਾ ਦਿਖਾਵਾ ਨਹੀਂ ਹੋਣਾ ਚਾਹੀਦਾ। ਪਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਉੱਥੇ ਦਾ ਨੀਂਹ ਪੱਥਰ ਰੱਖਣ ਜੀ ਸਦਕੇ ਅਸੀਂ ਉਹਨੂੰ ਵਧਾਈ ਦਿੰਦੇ ਹਾਂ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅੱਜ ਜਿਹੜਾ ਦੇਸ਼ ਦੇ ਵਿੱਚ ਐਜੂਕੇਸ਼ਨ ਦਾ ਔਰ ਸਭ ਨਾਲੋਂ ਵੱਡਾ ਚੁਣੌਤੀ ਹੈਲਥ ਸਿਸਟਮ ਦੀ, ਕਿ ਸਾਡੇ ਅੱਜ ਸਟੇਟ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹਜ਼ਾਰਾਂ ਦੀ ਸੰਖਿਆ 'ਚ ਰੋਜ਼ ਕਰੋਨਾ ਦੇ ਪੇਸ਼ੈਂਟ ਵੱਧ ਰਹੇ ਨੇ। ਔਰ ਜਿਸ ਵੇਲੇ 1-2 ਸੀ ਅਸੀਂ ਉਦੋਂ ਬੜੇ ਲੋਕਡਾਊਨ ਕੀਤੇ, ਬੜਾ ਕੁਝ ਅਸੀਂ ਕੀਤਾ, ਉਹ ਵੀ ਇੱਕ ਆਸਥਾ ਨਾਲ ਹੀ ਜੁੜਿਆ ਹੋਇਆ ਸੀ। ਹੁਣ ਸਾਡੀ ਇੱਕ ਹੋਰ ਬੇਨਤੀ ਹੈ, ਭਗਵਾਨ ਰਾਮ ਦਾ ਨੀਂਹ ਪੱਥਰ ਰੱਖਿਆ ਜਾਵੇ, ਉਹਨਾਂ ਦੀ ਕਿਰਪਾ ਹੋਵੇ, ਬਿਮਾਰੀ ਤੋਂ ਨਿਜਾਤ ਮਿਲੇ। ਪਰ ਸਾਡੀ ਜਿਹੜੀ ਡਿਊਟੀ ਹੈ ਸਰਕਾਰ ਦੀ, ਹੈਲਥ ਸਿਸਟਮ ਨੂੰ ਤੇ ਐਜੂਕੇਸ਼ਨ ਸਿਸਟਮ ਜੋ ਸਾਡਾ ਅਧਿਕਾਰ ਵੀ ਹੈ, ਫੰਡਾਮੈਂਟਲ ਰਾਈਟ ਹੈ ਸਾਡਾ, ਇਹਨੂੰ ਦੁਰਸਤ ਕਰਨ ਦੀ ਲੋੜ ਹੈ ਕਿ ਸਾਡੇ ਦੇਸ਼ ਦੇ ਜਿਹੜੇ ਵਿੱਚ ਅੱਜ ਇੱਕ ਖਲਬਲੀ ਪਈ ਹੋਈ ਹੈ, ਜਿਹੜਾ ਸਾਡੀ ਆਰਥਿਕ ਇਕਨੋਮੀ ਨੂੰ ਵੀ ਖੋਖਲਾ ਕਰ ਰਿਹਾ, ਉਹ ਵੀ ਮਜ਼ਬੂਤ ਰਵੇ ਔਰ ਸਾਰਿਆਂ ਨੂੰ ਖੁਸ਼ ਮਿਲੇ। ਲਾਸਟ, ਹਾਂਜੀ 30 ਸੈਕਿੰਡ। ਹਾਂਜੀ ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਜਿੱਥੇ ਵਧਾਈ ਦਿੰਦਾ, ਉੱਥੇ ਨਾਲ ਨਾਲ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਬੇਨਤੀ ਵੀ ਕਰਦਾ ਵੀ ਅਸੀਂ 5 ਤਰੀਕ ਨੂੰ ਇਸ ਸ਼ੁਭ ਮੌਕੇ ਤੇ ਰਲ ਮਿਲ ਕੇ ਦੇਸ਼ 'ਚ ਵੱਡੀ ਸਤਰ ਤੇ ਦੀਵਾਲੀ ਮਨਾਈਏ, ਆਪਣੇ ਘਰਾਂ 'ਚ ਦੀਪਮਾਲਾ ਕਰੀਏ ਔਰ ਏਕਤਾ ਦਾ ਪਰਿਚੈ ਦਈਏ। ਵਿਸ਼ੇਸ਼ ਤੌਰ ਤੇ ਮੁਸਲਿਮ ਭਾਈਚਾਰਾ ਜਿਹੜਾ ਜਿਨ੍ਹਾਂ ਵੱਲੋਂ ਬਹੁਤ ਸਾਰੀਆਂ ਅਖਬਾਰਾਂ ਸਟੇਟਮੈਂਟਾਂ ਆ ਰਹੀਆਂ ਕਿ ਅਸੀਂ ਰਲ ਕੇ ਉਸ ਦਿਨ ਇਸ ਦਾ ਸਵਾਗਤ ਕਰਾਂਗੇ। ਇਹ ਦੇਸ਼ ਦੇ ਵਿੱਚ ਇੱਕ ਬਹੁਤ ਅੱਛਾ ਪਰਮਾ ਹੁੰਗਾਰਾ ਆ ਰਿਹਾ ਔਰ ਸਾਨੂੰ ਬਾਕੀ ਅਦਰ ਪਾਰਟੀਆਂ ਨੂੰ ਵੀ ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ। ਔਰ ਜਿਹੜਾ ਪੈਸਾ ਲੱਗ ਰਿਹਾ, ਮੋਰਾ ਜੀ ਨੇ ਜੋ ਗੱਲ ਕੀਤੀ, ਉਹ ਸਰਕਾਰਾਂ ਨਹੀਂ ਲਾ ਰਹੀਆਂ 3000 ਕਰੋੜ ਰੁਪਇਆ, ਉਹ ਪ੍ਰੋਜੈਕਟ ਆ, ਤਾਂ ਉਹ ਪੈਸਾ ਉਹ ਟਰਸਟ ਦੇ ਥਰੂ ਤੁਹਾਡੇ ਵਰਗੇ ਦਾਨੀ ਪੁਰਸ਼ਾਂ ਨੇ, ਤੁਸੀਂ ਵੀ ਬਹੁਤ ਸਾਰਾ ਕੁਝ ਦੇਣਾ, ਉਹੀ ਲੱਗਣਾ। ਤੇ ਉਹ ਕਰੋੜਾਂ ਬੰਦੇ ਦੇ ਰਹੇ। ਹਾਂਜੀ, ਐਜੂਕੇਸ਼ਨ ਦੇ ਮੁੱਦੇ ਨੇ, ਉਹਨਾਂ ਦੇ ਉੱਤੇ ਆਪਾਂ ਬੈਠਦੇ ਰਹਾਂਗੇ। ਉਹ ਜਿਹੀਆਂ ਗੱਲਾਂ ਤਾਂ ਸਰਕਾਰਾਂ ਦੇ ਹਮੇਸ਼ਾ ਜਿਹੜੀ। ਹਾਂਜੀ 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 आतिश जी लास्ट। अच्छा मुद्दा है, भगवान श्री राम जी का मंदिर बन रहा है। और क्योंकि मैंने 89 और 92 में 1992 में इसमें भाग लिया 2 बार, और मैं ये कहूँगा कि ये भगवान राम जी की जो बहुत सुंदर एक झांकी है, और मैं कहूँगा अगला कर्म जारी रहना चाहिए। मथुरा और काशी अभी बाकी है। हाँ जी, ਤੁਸੀਂ ਲਾਸਟ। ਮੈਂ ਇੱਕ ਗੱਲ ਆਪਣੇ ਬੀਜੇਪੀ ਦੇ ਮਿੱਤਰ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਹੁਣ ਕਮੈਂਟਸ ਦੇ ਦਿਓ ਆਪਾਂ, ਹੁਣ ਚਰਚਾ ਨਹੀਂ ਕਰਨੀ ਆਪਾਂ, ਸਮਾਪਤੀ। ਹਾਂਜੀ, ਬਸ ਮੇਰਾ ਪ੍ਰਸ਼ਨ ਇਹ ਹੈ ਕਿ ਕੀ ਤੁਸੀਂ ਰਾਸ਼ਟਰਪਤੀ ਜੀ ਨੂੰ ਬੁਲਾਓਗੇ? ਤੇ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੂੰਗਾ ਕਿ ਮੁਸਲਮ, ਜੈਨੀ, ਬੋਧੀ, ਸਿੱਖ, ਮੁਸਲਮਾਨ, ਹਿੰਦੂ ਸਾਰੇ ਇਸ ਦੇਸ਼ ਦੇ ਨਾਗਰਿਕ ਹੈਗੇ ਹੈ ਔਰ ਦੇਸ਼ ਦੀ ਏਕਤਾ, ਅਖੰਡਤਾ ਔਰ ਸ਼ਾਂਤੀ ਦੇ ਲਈ ਇਹਨਾਂ ਦਾ ਬ੍ਰਦਰਹੁੱਡ ਹੋਣਾ ਬਹੁਤ ਜ਼ਰੂਰੀ ਹੈ। ਬੀਜੇਪੀ ਦੇ ਵਾਸਤੇ ਇੱਕ ਵੱਡਾ ਚੈਲੰਜ ਹੈਗਾ ਕਿ ਤੁਸੀਂ ਇਹ ਸ਼ਾਂਤੀ ਕਾਇਮ ਰੱਖਣੀ ਹੈ। ਔਰ ਜਿੱਥੇ ਤੱਕ ਰਾਮ ਮੰਦਿਰ ਦਾ ਸਵਾਲ ਹੈ, ਰਾਮ ਮੰਦਿਰ ਬਣਨਾ ਚਾਹੀਦਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਲੇਕਿਨ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਸਾਡਾ ਹੈਲਥ ਸਿਸਟਮ ਹੈ ਜਾਂ ਦੂਸਰੇ ਹੋਰ ਲੋੜੀਂਦੀਆਂ ਚੀਜ਼ਾਂ, ਉਹਦੇ ਵੱਲ ਦੇਖੋ। ਬੀਜੇਪੀ ਇੱਥੇ ਕੋਈ ਪੈਸਾ ਨਹੀਂ ਲਗਾ ਰਹੀ। ਸਾਡੇ ਬੀਜੇਪੀ ਦੇ ਮਿੱਤਰ ਨੇ ਕਿਹਾ ਜਦੋਂ ਬੀਜੇਪੀ ਕੋਈ ਪੈਸਾ ਨਹੀਂ ਲਗਾ ਰਹੀ ਤਾਂ ਬੀਜੇਪੀ ਯੂਨੀਵਰਸਿਟੀਆਂ ਕਿਉਂ ਨਹੀਂ ਖੋਲਦੀ, ਸਕੂਲ ਕਾਲਜ ਕਿਉਂ ਨਹੀਂ ਖੋਲਦੀ? ਚਲੋ ਉੱਤੇ ਵੀ ਆਪਾਂ ਕਰਾਂਗੇ, ਧਿਆਨ ਰੱਖਣਾ ਚਾਹੀਦਾ। ਔਰ ਮੈਂ ਦਾਅਵੇ ਨਾਲ ਕਹਿੰਦਾ ਸਾਨੂੰ ਬਹੁਤ ਖੁਸ਼ੀ ਹੈ ਕਿ ਰਾਮ ਮੰਦਿਰ ਬਣ ਰਿਹਾ। ਚਲੋ ਬਿਲਕੁਲ। ਹਾਂ, ਮੈਂ ਜੀ ਸਹਿਮਤ ਕਰਦਾ ਇਹਨਾਂ ਦੀ ਗੱਲ ਨੂੰ।
ਜੋ ਇਹਨਾਂ ਨੇ ਗੱਲ ਕਹੀ ਆ, ਇਹਦੇ ਚ ਜੋ ਫੰਡ ਲੱਗ ਰਿਹਾ ਉਹ ਟਰਸਟ ਕਰ ਰਿਹਾ, ਉਹ ਟਰਸਟ ਨੂੰ ਉਹ ਜ਼ਮੀਨ ਮਿਲੀ ਆ ਜੋ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਸੀ ਉਹਦੇ ਮੁਤਾਬਕ ਇਹ ਟਰਸਟ ਬਣਿਆ। ਨਹੀਂ, ਮੌਕੇ ਦੀਆਂ ਸਰਕਾਰਾਂ ਨੇ ਉਹ ਟਰਸਟ ਬਣਾਇਆ। ਮੈਂ ਇੱਥੇ ਰੁਕਾਂ। ਉਹਦੇ ਵਿੱਚ ਤੁਹਾਡਾ ਜਾਂ ਮੇਰਾ ਕੋਈ ਯੋਗਦਾਨ ਨਹੀਂ ਰਹਿਣ ਵਾਲਾ। ਅਸੀਂ ਬਾਰ-ਬਾਰ ਇਹ ਜੋ ਅਗਰ ਪ੍ਰਧਾਨ ਮੰਤਰੀ ਨੇ ਜੋ ਨਿਯੁਕਤਾ ਦਿੱਤਾ ਤਾਂ ਉੱਥੇ ਦੇ ਟਰਸਟ ਨੇ ਜਿਹੜਾ ਉੱਥੇ ਨਿਰਮਾਣ ਕਰਨ ਜਾ ਰਿਹਾ ਉਹਨਾਂ ਨੇ ਪ੍ਰਧਾਨ ਮੰਤਰੀ ਮੈਂ ਦੱਸ ਦਿੰਦਾ ਆਪਣੀ ਜਾਣਕਾਰੀ ਨੂੰ ਦਰੁਸਤ ਚਲੋ ਕਰੋ। ਮਿਹਰਬਾਨੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦ ਮਾਨਯੋਗ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਕਿ ਉੱਥੇ ਰਾਮ ਮੰਦਿਰ ਬਣਨਾ ਚਾਹੀਦਾ ਹੈਗਾ, ਲੇਕਿਨ ਟਰਸਟ ਦੇ ਵਿੱਚ ਕਿਹੜੇ ਮੈਂਬਰ ਹੋਣਗੇ? ਸੁਪਰੀਮ ਕੋਰਟ ਨੇ ਨਹੀਂ ਕਿਹਾ ਕੌਣ ਟਰਸਟ ਦਾ ਮੈਂਬਰ ਹੋਊਗਾ। ਉਹਦੇ ਵਿੱਚ OBC ਨੂੰ ਇਹਨਾਂ ਨੇ ਬਿਲਕੁਲ ਵੀ ਉਹਨਾਂ ਨੇ ਕਿਹਾ ਫਿਰ ਇੱਕ ਟਰਸਟ ਬਣੂਗਾ, ਟਰਸਟ ਦੇ ਰਾਮ ਭਗਤਾਂ ਦਾ ਟਰਸਟ ਬਣੇਗਾ, ਜਿਨ੍ਹਾਂ ਨੇ ਉੱਥੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਟਰਸਟ ਬਣੇਗਾ। OBC ਦੀ ਕੋਈ ਕੁਰਬਾਨੀ ਨਹੀਂ ਹੈਗੀ। ਸਾਰੇ OBC ਹਰ ਵਰਗ ਉਹਦੇ ਵਿੱਚ। ਹੁਣ ਚਰਚਾ ਨਹੀਂ ਕਰਨੀ ਆਪਾਂ, ਹੁਣ ਆਪਣੇ ਕੋਲ ਟਾਈਮ ਕਮ ਹੋ ਗਿਆ। ਇਕੱਠੇ ਨਾ ਕਰੋ ਔਰ ਜਾਤੀ ਦੇ ਨਾਂ ਤੇ ਦੇਸ਼ਾਂ ਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰੋ। ਬਿਲਕੁਲ ਧੰਨਵਾਦ ਜੀ, ਬਹੁਤ ਸਰਕਾਰਾਂ ਕਰਦੀਆਂ ਰਹੀਆਂ। ਧੰਨਵਾਦ। ਮੈਂ ਸੌਰੀ ਮੇਰੇ ਕੋਲ ਸਮਾਂ ਨਹੀਂ ਹੈਗਾ। ਰਾਮ ਜਨਮ ਭੂਮੀ ਜਿਹੜਾ ਤੀਰਥ ਕਸ਼ੇਤਰ ਟਰਸਟ ਹੈਗਾ ਉਹਦੇ ਨਾਂ ਤੇ ਇਸ ਸਾਰਾ ਜਿਹੜਾ ਹੈ ਉਹ ਚੱਲ ਰਿਹਾ। ਉਹਦੇ ਨਾਂ ਤੇ ਹੀ ਜਿੰਨਾ ਵੀ ਚਾਹੇ ਪ੍ਰਧਾਨ ਮੰਤਰੀ ਨੂੰ ਸੱਦਿਆ ਜਾ ਰਿਹਾ, ਜੋ ਵੀ ਖਰਚਾ ਹੋ ਰਿਹਾ ਉਹਨਾਂ ਦੇ ਹੀ ਜਿਹੜੇ ਹੈ ਦੇਖ ਰੇਖ 'ਚ ਹੋ ਰਿਹਾ ਹੈਗਾ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਸਾਰੇ ਹੀ ਪੂਰੇ ਹਿੰਦੁਸਤਾਨ ਹੀ ਨਹੀਂ ਬਲਕਿ ਦੇਸ਼ ਦੇ ਵਿੱਚ ਬੈਠੇ ਜਿੰਨੇ ਵੀ ਸਾਡੇ ਹਿੰਦੁਸਤਾਨੀ ਬੈਠੇ ਨੇ ਉਹ ਵੀ ਇਹ ਚਾਹੁੰਦੇ ਵੀ ਇਸ ਮੰਦਿਰ ਦਾ ਭਵਯ ਨਿਰਮਾਣ ਹੋਵੇ ਔਰ ਮਰਿਆਦਾ ਪੁਰਸ਼ੋਤਮ ਸ਼੍ਰੀ ਭਗਵਾਨ ਦਾ ਜਲਦੀ ਹੀ ਜਿਹੜਾ ਹੈ ਉਹ ਭਵਯ ਮੰਦਿਰ ਬਣੇ ਤਾਂ ਕਿ ਹਰ ਬੰਦਾ ਜਿਹੜਾ ਉੱਥੇ ਰਾਮ ਲੀਲਾ ਦੇ ਦਰਸ਼ਨ ਕਰ ਸਕੇ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ। ਜਾਂਦੇ ਜਾਂਦੇ ਮੈਂ ਤਾਂ ਇਹੀ ਕਹੂੰਗਾ ਔਰ ਦਰਸ਼ਕਾਂ ਤੋਂ ਵੀ ਇਹੀ ਸਵਾਲ ਪੁੱਛਾਂਗਾ ਕਿ ਇਹ ਰਾਮ ਮੰਦਿਰ ਤੇ ਸਿਆਸਤ ਹੁਣ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿਆਸਤ ਬਹੁਤ ਦੇਰ ਤੱਕ ਹੋ ਚੁੱਕੀ ਹੈ। ਹੁਣ ਤਾਂ ਅਦਾਲਤ ਨੇ ਵੀ ਤੁਹਾਡੇ ਤੇ ਛੱਡ ਦਿੱਤਾ ਵੀ ਹੁਣ ਦੋਨੋਂ ਸਮਾਜ ਖਾਸ ਕਰਕੇ ਜਿਹੜਾ ਮੁਸਲਿਮ ਸਮਾਜ ਆ ਉਹ ਵੀ ਇਸ ਗੱਲ ਨੂੰ ਮੰਨਦਾ ਔਰ ਉਹ ਕਹਿੰਦਾ ਵੀ ਹੁਣ ਅਸੀਂ ਬਹੁਤ ਲੜਾਈ ਲੜ ਚੁੱਕੇ ਹਾਂ ਹਿੰਦੁਸਤਾਨ ਦੇ ਅੰਦਰ, ਉਹਨਾਂ ਦਾ ਵੀ ਜਿਹੜਾ ਹੈ ਰਾਮ ਮੰਦਿਰ ਬਣਨਾ ਚਾਹੀਦਾ ਤੇ ਸਾਡੀ ਵੀ ਮਸਜਿਦ ਬਣਨੀ ਚਾਹੀਦੀ ਆ। ਹੁਣ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਸਜਿਦ ਵੀ ਜਿਹੜੀ 5 ਏਕੜ ਦੀ ਗੱਲ ਕਹੀ ਗਈ ਆ ਉਹ ਕਦੋਂ ਬਣਦੀ ਆ ਤੇ ਰਾਮ ਮੰਦਿਰ ਕਦੋਂ ਬਣਦਾ। ਲੇਕਿਨ ਰਾਮ ਮੰਦਿਰ ਦਾ ਤਾਂ ਜਿਹੜਾ ਹੁਣ ਦੇਸ਼ ਦੇ ਅੰਦਰ ਸੁਨਹਿਰੀ ਅੱਖਰਾਂ 'ਚ ਇਤਿਹਾਸ ਲਿਖਣ ਜਾ ਰਿਹਾ 5 ਅਗਸਤ ਨੂੰ। ਅਸੀਂ ਚਾਹਾਂਗੇ ਵੀ ਸਾਰੇ ਉਸ ਦਿਨ ਜ਼ਰੂਰ ਵਾਕਈ ਉਹ ਦੀਵਾਲੀ ਵਾਲਾ ਮਾਹੌਲ ਹੋਏਗਾ, ਦੀਵਾਲੀ ਮਨਾਈ ਜਾਏਗੀ ਤਾਂ ਕਿ ਭਗਵਾਨ ਰਾਮ ਨੂੰ ਯਾਦ ਕੀਤਾ ਜਾਵੇ। ਇਹਨਾਂ ਸ਼ਬਦਾਂ ਨਾਲ ਹੀ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਜੇਸ਼ਮਨ ਦਿਓ ਇਜਾਜ਼ਤ ਤੇ ਪੈਨਲ ਵਿੱਚ ਆਏ ਸਾਰੇ ਸਾਡੇ ਬੁੱਧੀਜੀਵੀਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਪਣੀ ਚਰਚਾ ਰੱਖੀ ਔਰ ਚਰਚਾ ਜਾਰੀ ਰਹੇਗੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।